ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਸਵਾਗਤ। ਟਰੰਪ ਕਹਿ ਰਹੇ ਨੇ ਪੁਤਿਨ ਜੀ ਨੂੰ ਕਿ ਤੁਸੀਂ ਵੀ ਨਾਟੋ ਦੇ ਉੱਤੇ ਅਟੈਕਸ ਮਾਰੋ ਕਿਉਂਕਿ ਹਾਲਾਤ ਅਜਿਹੇ ਬਣੇ ਹੋਏ ਨੇ। ਇੱਕ ਪਾਸੇ ਟਰੰਪ ਕਹਿ ਰਹੇ ਨੇ ਕਿ ਜੇ ਮੈਂ ਹੁੰਦਾ ਪ੍ਰੈਜ਼ੀਡੈਂਟ ਆਫ ਅਮਰੀਕਾ, ਕਮਾਂਡਰ ਇਨ ਚੀਫ ਅਮਰੀਕਾ ਦੀਆਂ ਸੈਨਾਵਾਂ ਦਾ, ਤਾਂ ਕਦੀ ਵੀ ਇਹ ਪੰਗਾ ਪੈਣ ਹੀ ਨਹੀਂ ਦੇਣਾ ਸੀ, ਪਰ ਪੰਗਾ ਪੈ ਗਿਆ। ਤੇ ਜੇ ਮੈਂ ਦੁਬਾਰਾ ਬਣ ਗਿਆ ਰਾਸ਼ਟਰਪਤੀ ਤਾਂ ਮੈਂ ਸਾਰੀ ਏਡ ਸਟਾਪ ਕਰ ਦਾਂਗਾ ਜੋ ਯੂਕਰੇਨ ਨੂੰ ਮਿਲਦੀ ਪਈ ਹੈ। ਜੰਗ ਆਪੇ ਰੁਕ ਜਾਊਗੀ। ਉਹੀ ਫੰਡਾ ਮੈਂ ਅਪਣਾਉਣਾ ਹੈ ਇਜ਼ਰਾਈਲ ਦੇ ਨਾਲ। ਜੰਗ ਆਪੇ ਰੁਕ ਜਾਊਗੀ। ਜੋ ਫਿਲਿਸਤੀਨ ਦਾ ਮਸਲਾ ਹੈ ਉਹ ਹੱਲ ਹੋ ਜਾਏਗਾ। ਟੂ ਨੇਸ਼ਨ ਥਿਊਰੀ ਜੋ WHO ਕਹਿ ਰਿਹਾ ਹੈ ਕਿ ਸਾਰੀ ਦੀ ਸਾਰੀ ਬਿਮਾਰੀਆਂ ਦਾ ਕਾਰਨ ਸਾਰੀ ਦੁਨੀਆ ਦੇ ਵਿੱਚ ਇਹ ਜੰਗਾਂ ਨੇ। ਤੇ ਇਧਰੋਂ UNO ਕਹਿ ਰਿਹਾ ਕਿ ਮੇਰੇ ਕੋਲ ਟੂ ਨੇਸ਼ਨ ਥਿਊਰੀ ਬਿਲਕੁਲ ਤਿਆਰ ਹੈ ਤੇ ਤੁਸੀਂ ਉਹਦੇ ਉੱਤੇ ਅਪਲਾਈ ਕਿਉਂ ਨਹੀਂ ਕਰਦੇ। ਸੋ ਇਹ तमाम ਗੱਲਾਂ ਚੱਲਦੀਆਂ ਪਈਆਂ ਨੇ। ਇਲੈਕਸ਼ਨਸ ਦੀ ਗੱਲ ਚੱਲਦੀ ਪਈ ਹੈ ਪਾਕਿਸਤਾਨ ਦੇ ਵਿੱਚ ਕਿ ਬੜੀ ਤਗੜੀ ਮੌਕਰੀ ਹੈ ਔਰ ਪਿੱਛੇ ਤਾਂ ਖੜੀ ਹੈ ਡਿਫੈਂਸ ਉਹਨਾਂ ਦੀ, ਫੌਜ ਉਹਨਾਂ ਦੀ, ਅੱਗੇ ਡੈਮੋਕ੍ਰੇਸੀ ਦਾ ਡਰਾਮਾ ਹੁੰਦਾ ਪਿਆ। ਨਵਾਜ਼ ਸ਼ਰੀਫ ਤੇ ਭੁੱਟੋ ਸਾਹਿਬ ਮਿਲ ਕੇ ਕਹਿੰਦੇ ਨੇ ਸਰਕਾਰ ਬਣਾਉਣੀ ਹੈ, 3 ਸਾਲ ਮੈਂ ਪ੍ਰਾਈਮ ਮਿਨਿਸਟਰ ਬਣਾਂਗਾ, 2 ਸਾਲ ਤੁਸੀਂ ਪ੍ਰਾਈਮ ਮਿਨਿਸਟਰ ਬਣਿਓ। ਅਜੀਬ ਤਮਾਸ਼ਾ ਹੈ ਇਹ ਡੈਮੋਕ੍ਰੇਸੀ ਦਾ। ਇਹ ਵੀ ਚਰਚਾ ਹੁੰਦੀ ਪਈ ਆ ਤੇ ਨਾਲ ਗੱਲ ਹੁੰਦੀ ਪਈ ਹੈ ਕਿ ਭਾਰਤ ਵੱਲੋਂ ਕੁਝ ਡਰੋਨ ਸਪਲਾਈ ਕੀਤੇ ਗਏ ਨੇ ਇਜ਼ਰਾਈਲ ਨੂੰ, ਔਰ ਇਜ਼ਰਾਈਲ ਕਹਿੰਦਾ ਹੈ ਕਿ ਮੈਂ ਕੋਈ ਨਸਲਕੁਸ਼ੀ ਨਹੀਂ ਕਰਨੀ। ਤੇ ਫਿਰ ਇਹ ਡਰੋਨ ਇੰਨੇ ਪਾਵਰਫੁਲ ਜਿਹੜੇ ਸਪਲਾਈ ਕੀਤੇ ਗਏ ਨੇ ਇਹਦੇ ਨਾਲ ਤੇ ਨਸਲਕੁਸ਼ੀ ਹੋ ਸਕਦੀ ਹੈ। ਫਿਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਕੀ ਜਵਾਬ ਦੇਣਾ ਹੈ। ਇਹ तमाम ਗੱਲਾਂ ਬਣੀਆਂ ਹੋਈਆਂ ਨੇ। ਬਾਕੀ ਇਲੈਕਸ਼ਨ ਦੇ ਮੁੱਦੇ ਤਾਂ ਅਮਰੀਕਾ ਦੇ ਵਿੱਚ ਵੀ ਮਗੇ ਹੋਏ ਨੇ, ਇੱਕ ਦੂਜੇ ਦੇ ਉੱਤੇ ਇਲਜ਼ਾਮ ਵੀ ਲੱਗਦੇ ਪਏ ਨੇ ਤੇ ਬੜੇ ਮਜ਼ਾਕ ਵੀ ਉਡਾਏ ਜਾਂਦੇ ਨੇ, ਔਰ ਉਹੀ ਹਾਲਤ ਭਾਰਤ ਦੇ ਵਿੱਚ ਬਣੀ ਹੋਈ ਹੈ। ਸੋ ਕੈਨੇਡਾ ਦੇ ਵਿੱਚ ਵੀ ਇਲੈਕਸ਼ਨਸ ਦਾ ਦੌਰ ਚੱਲਦਾ ਪਿਆ। ਫਿਲਹਾਲ ਸਾਡੇ ਭਾਰਤ ਦੇ ਵਿੱਚ ਕੁਝ ਮੁੱਦੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬਣਦੀ ਆ। ਤੇ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਮਨਜੀਤ ਸਿੰਘ ਜੀ। ਮਨਜੀਤ ਸਰ, ਵੈਲਕਮ ਟੂ ਪੰਜਾਬ ਚਰਚਾ। ਬਹੁਤ ਬਹੁਤ ਧੰਨਵਾਦ ਜਸ ਖੰਨਾ ਜੀ। ਸੋ ਕਈ ਮੁੱਦੇ ਨੇ ਮਨਜੀਤ ਸਰ। ਇੱਕ ਤੇ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਪਹਿਲਾਂ ਰਾਮ ਮੰਦਿਰ ਦਾ ਮੁੱਦਾ ਆਪਾਂ ਡਿਸਕਸ ਕਰਦੇ ਰਹੇ, ਫਿਰ UCC ਉੱਤਰਾਖੰਡ ਦੇ ਵਿੱਚ ਆਉਂਦੀ ਹੈ, ਇੰਡੀਆ ਅਲਾਇੰਸ ਦੀ ਗੱਲ ਹੁੰਦੀ ਹੈ ਕਿ ਉਹ ਵੀ ਟੁੱਟਦਾ ਪਿਆ ਹੈ, ਔਰ ਕਿਤੇ ਹਲਦਵਾਨੀ ਦੀ ਘਟਨਾ ਹੁੰਦੀ ਹੈ ਜਿਹਦੇ ਵਿੱਚ ਮੁਸਲਿਮਸ ਨੂੰ ਕਹਿੰਦੇ ਨੇ ਟਾਰਗੇਟ ਕੀਤਾ ਜਾ ਰਿਹਾ, ਔਰ ਇੱਧਰ ਮੋਦੀ ਸਾਹਿਬ ਕਹਿੰਦੇ ਨੇ ਅਬ ਕੀ ਬਾਰ 400 ਪਾਰ ਕਿ NDA ਨੂੰ ਮਿਲਣਗੀਆਂ 400 ਤੋਂ ਵੱਧ ਸੀਟਾਂ ਤੇ BJP 370 ਦੇ ਉੱਤੇ ਖੇਡ ਸਕਦੀ ਹੈ। ਤਾਂ ਫਿਰ ਵਿਪਕਸ਼ ਕਿੱਥੇ ਹੋਏਗਾ? ਨੋ ਓਪੋਜੀਸ਼ਨ, ਫਿਰ ਡੈਮੋਕ੍ਰੇਸੀ ਕਿੱਦਾਂ ਹੋਏਗੀ? ਔਰ EVM ਦਾ ਮੁੱਦਾ ਅਲੱਗ ਭਖਿਆ ਹੋਇਆ ਹੈ ਤੇ ਇੱਕ ਸਭ ਤੋਂ ਜ਼ਿਆਦਾ ਭੁਖਿਆ ਹੋਇਆ ਹੈ ਜਿਹੜਾ ਮੁੱਦਾ ਫਾਰਮਰਸ ਪ੍ਰੋਟੈਸਟ ਜੋ ਚੱਲਦਾ ਪਿਆ, ਔਰ ਇਹ ਤੇ ਬਿਲਕੁਲ ਐਜ ਦੇ ਉੱਤੇ ਖੜਾ ਹੈ। ਸੋ ਇਹਦੇ ਵਿੱਚ ਕੀ ਡਿਵੈਲਪਮੈਂਟਸ ਨੇ, ਕਿਉਂਕਿ ਲੇਟੈਸਟ ਨਿਊਜ਼ ਆਉਣ ਤੱਕ ਤੇ ਕੋਈ ਸਮਝੌਤਾ ਜਾਂ ਕੋਈ ਐਗਰੀਮੈਂਟ ਨਹੀਂ ਹੋਇਆ ਸੀ। ਮਨਜੀਤ ਜੀ, ਇਸ ਤਰ੍ਹਾਂ ਕਿ ਤਕਰੀਬਨ ਅੱਧੀ ਰਾਤ ਤੱਕ ਇਹ ਸਾਰਾ ਕੁਝ ਚੱਲਦਾ ਰਿਹਾ। ਅੱਖ ਮਚੌਲੀ ਕਾ ਚੱਲਦੀ ਰਹੀ। ਸਾਰਾ ਮੀਡੀਆ ਬਾਹਰ ਬੈਠਾ ਸੀਗਾ। ਮੈਨੂੰ ਲੱਗਦਾ ਕਿ ਜਿਹੜਾ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦਾ 26 ਸੈਕਟਰ, ਉੱਥੇ ਮੀਟਿੰਗ ਚੱਲ ਰਹੀ ਸੀਗੀ। ਉੱਥੇ ਕਹਿੰਦੇ ਤੇ ਸੀਗੇ 5 ਵਜੇ ਮੀਟਿੰਗ ਚੱਲਣੀ, 6:30 ਮੀਟਿੰਗ ਸ਼ੁਰੂ ਹੋਈ ਤੇ 11:30 ਵਜੇ ਤੱਕ ਤੇ ਮੈਂ ਜਾਗ ਰਿਹਾ ਸੀ, ਦੇਖੀ ਹੈ ਮੀਟਿੰਗ। ਤੇ ਉਦੋਂ ਬਾਅਦ ਫਿਰ ਹੌਲੀ ਹੌਲੀ ਲੱਗਾ ਕਿ ਮੀਟਿੰਗ ਖਤਮ ਹੋਈ। 11:45 ਬਾਹਰ ਆਏ ਬੰਦੇ, ਕੁਝ ਗੱਲਾਂ ਬਾਤਾਂ ਹੋਈਆਂ ਤੇ 12 ਵਜੇ ਅਸੀਂ ਆਪ ਆਪਣੀ ਰਿਕਾਰਡਿੰਗ ਉਹ ਸਾਰੀ ਕਰਨ 'ਚ ਸ਼ੁਰੂ ਕੀਤਾ, ਕਿਉਂਕਿ ਮਾਮਲਾ ਹੀ ਇਹੋ ਜਿਹਾ ਸੀ ਕਿ ਜਿਹੜਾ ਬਹੁਤ ਕਰੂਸ਼ੀਅਲ ਮਾਮਲਾ ਸੀ। ਹਾਲਾਂਕਿ ਸੰਜੀਵ ਜੀ, ਇਸ ਗੱਲ ਦਾ ਪਤਾ ਸੀ ਕਿ ਇਸ ਮੀਟਿੰਗ 'ਚ ਕੋਈ ਬਹੁਤਾ ਕੁਝ ਨਿਕਲਣਾ ਨਹੀਂ। ਉਹੋ ਹੀ ਗੱਲ ਹੋਈ ਜਦੋਂ ਬਾਹਰ ਆਏ ਲੀਡਰ ਆ ਪੰਨੂ ਪੰਧੇਰ ਹੋਣਾ ਦੀ ਯੂਨੀਅਨ ਦੇ, ਪੰਧੇਰ ਹੁਣੀ, ਸਰਵਣ ਸਿੰਘ ਪੰਧੇਰ ਹੁਣੀ ਰਿਪਰੈਜ਼ੈਂਟ ਕਰ ਰਹੇ ਸੀਗੇ ਜਿਹੜੇ ਐਜ਼ ਏ ਸਪੋਕਸ ਪਰਸਨ। ਉੱਥੇ ਗੱਲਬਾਤ ਹੋਈ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਹੁਣੀ, ਇਹਨਾਂ ਦੋਹਾਂ ਨੇ ਬਾਹਰ ਆ ਕੇ ਕਿਹਾ। ਹੋਰ ਲੀਡਰਾਂ ਨੇ ਵੀ ਇਹੀ ਗੱਲ ਰਿਪੀਟ ਕੀਤੀ ਕਿ ਦੇਖੋ, ਜੋ 8 ਤਰੀਕ ਨੂੰ ਜਿੱਥੇ ਸਟੇਲਮੇਟ ਸੀਗਾ ਉਹੋ ਹੀ 5 ਘੰਟੇ ਦੇ ਗੱਲਾਂ ਬਾਤਾਂ ਤੋਂ ਬਾਅਦ ਗੱਲ ਉੱਥੇ ਦੀ ਉੱਥੇ ਆ, ਕੋਈ ਗੱਲ ਅੱਗੇ ਨਹੀਂ ਤੁਰੀ ਤੇ ਇੱਕ ਬਲੌਕ ਆ ਗਿਆ ਆ ਸਾਰੀ ਗੱਲ ਦੇ ਵਿੱਚ। ਇਸ ਲਈ 10 ਵਜੇ ਹੁਣ ਹੋਰ ਥੋੜੀ ਦੇਰ ਨੂੰ ਆਮੋ ਸਾਹਮਣੇ ਫੌਜਾਂ ਟਕਰਾਉਣਗੀਆਂ। ਉਧਰ ਪੂਰਾ ਵੱਡੇ ਪੱਧਰ ਤੇ ਕਈ ਜਗ੍ਹਾ ਦੇ ਉੱਤੇ ਜਿਹੜੀ ਸਰਕਾਰ ਵੱਲੋਂ, ਹਰਿਆਣਾ ਸਰਕਾਰ ਵੱਲੋਂ, ਕੇਂਦਰੀ ਸਰਕਾਰ ਵੱਲੋਂ 114 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ, ਜਿਸ 'ਚ ਪੁਲਿਸ ਵਾਲੇ ਵੀ ਹੈਗੇ ਆ, ਪੈਰਾਮਿਲਟਰੀ ਫੋਰਸਿਸ ਹੈਗੀਆਂ, ਸੈਂਟਰਲ ਰਿਜ਼ਰਵ ਫੋਰਸਿਸ ਹੈਗੀਆਂ, ਕਈ ਕਿਸਮ ਦੀਆਂ। ਪੂਰਾ ਬਾਰਡਰ ਜਿਹੜਾ ਸੀਲ ਕੀਤਾ ਪਿਆ ਆ।
ਖਨੌਰੀ ਤੋਂ ਡੱਬ ਵਾਲੀ ਦੇ ਬਾਰਡਰ ਥਾਣੀ ਰਾਜਸਥਾਨ ਦੇ ਫਾਰਮਰਸ ਨੇ ਵੀ ਆਉਣਾ ਸੀ, ਉਹ ਵੀ ਪੂਰੀ ਤਰ੍ਹਾਂ ਸੀਲ ਹੈਗਾ। ਤੇ ਸਭ ਤੋਂ ਵੱਧ ਸ਼ੰਭੂ ਬਾਰਡਰ ਦੇ ਉੱਤੇ ਕੱਲ ਪੂਰੀਆਂ ਮਸ਼ਕਾਂ ਹੋਈਆਂ, ਪਾਣੀ ਛੱਡੇ ਗਏ ਜਲ ਤੋਪਾਂ ਦੇ ਨਾਲ, ਡਰੋਨਾਂ ਦੇ ਨਾਲ। ਇਹ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ। ਡਰੋਨਾਂ ਦੇ ਨਾਲ ਤੁਸੀਂ ਅੱਗੇ ਫੋਟੋਗ੍ਰਾਫੀ ਤੇ ਹੁੰਦੀ ਦੇਖੀ ਸੀ, ਟੀਅਰ ਗੈਸ ਸ਼ੈਲ ਛੱਡੇ ਗਏ। ਉਹ ਮਸ਼ਕਾਂ ਕਰ ਰਹੇ ਸੀ ਕਿ ਜਦੋਂ ਕੱਲ ਨੂੰ ਫਾਰਮਰ ਆਉਣਗੇ, ਕਿਉਂਕਿ ਪਤਾ ਉਹਨਾਂ ਨੂੰ ਵੀ ਸੀ ਕਿ ਗੱਲ ਕੋਈ ਬਹੁਤੀ ਸਿਰੇ ਚੜ੍ਹਨੀ ਨਹੀਂ, ਤਾਂ ਫਿਰ ਜਦੋਂ ਜਿਹੜੇ ਫਾਰਮਰ ਆ ਕੇ ਪਿਛਲੀ ਵਾਰ ਵਾਂਗੂ ਕੋਸ਼ਿਸ਼ ਕਰਨਗੇ ਉਹਨਾਂ ਦੇ ਬੈਰੀਕੇਡਿੰਗ ਨੂੰ ਤੋੜ ਕੇ ਅੱਗੇ ਪਹੁੰਚਣ ਦੀ, ਤੇ ਉਹਨਾਂ ਨੂੰ ਖਦੇੜਨਾ ਕਿਵੇਂ ਆ, ਇਹ ਤਿਆਰੀਆਂ ਹਰਿਆਣੇ ਦੇ ਵਿੱਚ ਪੂਰੇ ਜ਼ਬਰਦਸਤ ਢੰਗ ਨਾਲ ਐਤਕੀ ਕੀਤੀਆਂ ਹੋਈਆਂ। ਕੁੱਲ ਮਿਲਾ ਕੇ ਹਾਲਾਤ ਬੜੇ ਟੈਂਸ ਹੈਗੇ ਆ, ਕੁੱਲ ਮਿਲਾ ਕੇ ਹਾਲਾਤ ਬੜੇ ਅਨਸਰਟਨ ਆ। ਸਾਨੂੰ ਜਿਹੜੇ ਅਸੀਂ ਪਿਛਲੇ ਕਿਸਾਨ ਯੁੱਧ ਕਹਿ ਲੂੰਗਾ ਮੈਂ, ਜਾਂ ਕਿਸਾਨ ਅੰਦੋਲਨ ਦੇ ਵਿੱਚ ਬਿਲਕੁਲ ਜਦੋਂ ਸ਼ੁਰੂਆਤੀ ਦੌਰ ਤੋਂ ਹੀ ਅੱਗੇ ਅੱਗੇ ਸਾਰਾ ਕੁਝ ਹੋ ਕੇ ਦੇਖ ਰਹੇ ਸੀ, ਸਾਡੀ ਚਿੰਤਾ ਸੰਜੀਵ ਜਸ ਖੰਨਾ ਜੀ ਇਹ ਹੈ ਕਿ ਜੋ ਰੋਲ ਮਾਡਲ ਜਾਂ ਜੋ ਇੱਕ ਮਾਡਲ ਕਿਸਾਨਾਂ ਵੱਲੋਂ ਸ਼ਾਂਤਮਈ ਤੇ ਏਕੇ ਦੇ ਢੰਗ ਨਾਲ, ਇਹ ਦੋ ਚੀਜ਼ਾਂ, ਏਕਾ ਤੇ ਦੂਸਰਾ ਸ਼ਾਂਤਮਈ ਅੰਦੋਲਨ, ਇਸ ਦੀ ਜਿਹੜੀ ਮਾਡਲ ਨੂੰ ਐਕਸਪੋਰਟ ਕੀਤਾ ਸਾਰੀ ਦੁਨੀਆ ਨੂੰ, ਉਹਦੀ ਸ਼ਕਤੀ ਦਿਖਾਤੀ। ਗਾਂਧੀਅਨ ਮਾਡਲ ਕਹਿ ਲਓ ਜਾਂ ਤੁਸੀਂ ਸਿੱਖ ਮਾਡਲ ਕਹਿ ਲਓ, ਇਹ ਉਸ ਕਿਸਮ ਦੇ ਹੈ। ਸਿੱਖਾਂ ਦੇ ਵਿੱਚ ਵੀ ਜ਼ਿਆਦਾ ਜਿਹੜੇ ਵੱਡੇ ਸੰਘਰਸ਼ ਹੋਏ ਆ ਉਹ ਸ਼ਾਂਤਮਈ ਹੀ ਹੋਏ ਆ। ਤਾਂ ਇਸ ਲਈ ਇਸ ਗੱਲ ਨੂੰ ਉਹਨਾਂ ਨੇ ਦੱਸਣ ਲਈ, ਤੁਹਾਨੂੰ ਪਤਾ ਕਿ 10 ਦੁਨੀਆ ਦੇ ਦੇਸ਼ਾਂ ਦੇ ਵਿੱਚ ਹੁਣੇ ਟਰੈਕਟਰ ਮਾਰਚ ਹੋ ਕੇ ਹਟੇ ਆ, ਜਰਮਨੀ, ਫਰਾਂਸ, ਬੈਲਜੀਅਮ, ਸਪੇਨ, ਕਿੱਥੇ ਕਿੱਥੇ ਨਹੀਂ ਹੋਏ ਸਾਰੇ, ਉਹਨਾਂ ਸਾਰੀਆਂ ਜਗ੍ਹਾ ਈਸਟ ਏਸ਼ੀਅਨ ਯੂਰਪੀਅਨ ਕੰਟਰੀ ਤਿੰਨ, ਉਹ ਵੀ ਉਹਦੇ ਚ ਇਨਵੋਲਵਡ ਸੀਗੇ। ਤੇ ਉਹਨਾਂ ਨੇ ਵੀ ਇਸ ਤਰੀਕੇ ਨਾਲ ਗ੍ਰੀਨ ਦੇ ਜਿਹੜਾ ਕਿ ਤੁਸੀਂ ਗ੍ਰੀਨ ਖੇਤੀ ਕਿਵੇਂ ਹੋਣੀ ਆ, ਜਿਹਦੇ ਵਿੱਚ ਤੁਸੀਂ ਆਰਟੀਫੀਸ਼ੀਅਲ ਚੀਜ਼ਾਂ ਜਾਂ ਹੋਰ ਮੈਕਨਾਈਜੇਸ਼ਨ ਜ਼ਿਆਦਾ ਨਹੀਂ ਕਰਨੀ, ਆਰਗੈਨਿਕ ਖੇਤੀ ਕਹਿ ਲਓ ਤੁਸੀਂ, ਉਹਦੇ ਨਾਲ ਪੂਰਾ ਕਿਸੇ ਦਾ ਉੱਥੇ ਬਣਦਾ ਨਹੀਂ ਹੈਗਾ। ਤਾਂ ਉਹ ਸਾਰੇ ਇਸ ਗੱਲ ਦਾ ਰੋਸ ਕਰ ਰਹੇ ਸੀ ਕਿ ਸਾਡਾ ਤੇ ਤੁਸੀਂ ਬਿਲਕੁਲ ਹੀ ਪੱਠਾ ਬਿਠਾਤਾ, ਤੁਸੀਂ ਇੰਪੋਰਟ ਕਰਦੇ ਆ, ਇੰਪੋਰਟ ਬੰਦ ਕਰੋ, ਸਾਡੀ ਆਪਣੀ ਖੇਤੀ ਨੂੰ ਉਤਸ਼ਾਹਿਤ ਕਰੋ, ਜੋ ਸਾਡੇ ਇੰਡੀਆ ਦੇ ਵਿੱਚ ਚੱਲ ਰਿਹਾ। ਹੁਣ ਸਾਡੀ ਚਿੰਤਾ ਇਹ ਹੈ ਕਿ ਇੱਕ ਪਾਸੇ ਅਸੀਂ ਐਸਟੈਬਲਿਸ਼ਡ ਮਾਡਲ 13 ਮਹੀਨੇ ਦੀ ਵੱਡੀ ਤਪੱਸਿਆ ਤੋਂ ਬਾਅਦ ਸਾਰੀ ਦੁਨੀਆ ਨੂੰ ਦਿੱਤਾ ਕਿ ਤੁਸੀਂ ਯੁੱਧ ਕਿਸਾਨੀ ਪੱਧਰ ਤੇ ਮਾਸ ਮੋਬਿਲਾਈਜੇਸ਼ਨ ਕਰਕੇ ਲੋਕਾਂ ਨੂੰ ਨਾਲ ਲੈ ਕੇ ਸ਼ਾਂਤਮਈ ਆਪਣੇ ਤੇ ਸਾਰੀ ਕਿਸਮ ਦੀ, ਹਰ ਕਿਸਮ ਦੀ ਦੁਰਦਸ਼ਾ, ਹਰ ਕਿਸਮ ਦੀ ਆਫਤ ਨੂੰ ਝੱਲਦੇ ਹੋਏ ਕਿਵੇਂ ਤੁਸੀਂ ਆਪਣੀ ਜਿੱਤ ਦੇ ਵੱਲ ਅੱਗੇ ਵਧਦੇ ਆ, ਉਸ ਦਾ ਐਤਕੀ ਖਤਰਾ ਮੈਨੂੰ ਲੱਗਦਾ। ਜੇ ਕਨਫਰੰਟੇਸ਼ਨ ਹੋ ਗਈ, ਜੇ ਵਾਇਲੈਂਸ ਤੇ ਕਾਊਂਟਰ ਵਾਇਲੈਂਸ ਸ਼ੁਰੂ ਹੋ ਗਈ, ਜਿਸ ਦਾ ਖਤਰੇ ਦਾ ਮੈਂ ਕਾਰਨ ਵੀ ਦੱਸਦਾ ਕਿਉਂ ਨਾ, ਕਿਉਂਕਿ ਇਹਨਾਂ ਵਿੱਚ ਉਹ ਯੂਨੀਅਨਾਂ ਵੀ ਹੈ ਜਿਹੜੀਆਂ ਪਿਛਲੀ ਵਾਰੀ 26 ਜਨਵਰੀ 2021 ਨੂੰ ਟਰੈਕਟਰ ਮਾਰਚ, ਜਿਹੜਾ ਕਈ ਦਿਨ ਦੇ ਨੈਗੋਸ਼ੀਏਸ਼ਨ ਤੋਂ ਬਾਅਦ ਰੂਟ ਮਿਲਿਆ ਸੀਗਾ, ਉਸ ਤੋਂ ਭੜਕਾ ਕੇ ਲਾਲ ਕਿਲੇ ਵੱਲ ਲਿਜਾਣ ਵਾਲੇ ਸੀ। ਕੁਛ ਯੂਨੀਅਨਾਂ ਉਹ ਇਹਨਾਂ ਦੇ ਵਿੱਚ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਕਹਿ ਲਓ ਤੱਤ ਯੂਨੀਅਨਾਂ, ਕੁਛ ਇਹੋ ਜਿਹੇ ਯੂਨੀਅਨਾਂ ਵੀ ਹੋਣਗੀਆਂ ਜਿਹੜੀਆਂ ਬਿਲਕੁਲ ਹੀ ਚਾਹੁੰਦੀਆਂ ਹੋਣਗੀਆਂ ਕਿ ਫਿਰ ਉਸੇ ਕਿਸਮ ਦੀ ਰਿਹਾਸਲ ਕੀਤੀ ਜਾਏ ਜਿਹਦੇ ਵਿੱਚ ਦਬੰਗੀ ਜ਼ਿਆਦਾ ਹੋਏ ਤੇ ਸੋਚ ਘੱਟ ਹੋਵੇ। ਜੇ ਇਸ ਕਿਸਮ ਦਾ ਹੋ ਗਿਆ, ਜਾਂ ਉਹ ਯੂਨੀਅਨਾਂ ਜਿਹੜੀਆਂ ਵੈਸੇ ਫਰਿੰਜ ਤੇ ਹੁੰਦੀਆਂ ਆ, ਮਤਲਬ ਉਹ ਮੇਨ ਸੈਂਟਰ ਦੇ ਵਿੱਚ ਨਹੀਂ ਹੁੰਦੀਆਂ, ਉਹ ਭਾਰੀ ਪੈ ਗਈਆਂ, ਜਿਵੇਂ ਕਿ ਪਿਛਲੀ ਵਾਰੀ ਵੱਡਾ ਨੁਕਸਾਨ ਮੂਵਮੈਂਟ ਦਾ 26 ਜਨਵਰੀ 2021 ਨੂੰ ਹੋ ਸਕਦਾ ਸੀ, ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ, ਕਿ ਉਹ ਐਤਕੀ ਬਾਰਡਰ ਦੇ ਉੱਤੇ ਅੱਜ ਉਹ ਉਸ ਕਿਸਮ ਦਾ ਤਾਂ ਨਹੀਂ, ਹੋਰ ਥੋੜੀ ਦੇਰ ਤੱਕ ਹੋਣ ਨੂੰ ਜਾ ਰਿਹਾ। ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਟਰੈਕਟਰ ਆਲਰੇਡੀ ਉੱਥੇ ਜਮ੍ਹਾਂ ਹੋ ਚੁੱਕੇ ਆ ਤੇ ਸਾਰੇ ਪਾਸੇ ਤਿਆਰੀਆਂ ਹੈਗੀਆਂ ਆ। ਬਸ ਮੈਂ ਤੇ ਇਹੀ ਗੱਲ ਕਹਾਂਗਾ ਕਿ ਆਪਾਂ ਇਹ ਅਰਦਾਸ ਕਰੀਏ, ਉਮੀਦ ਕਰੀਏ ਕਿ ਪਿਛਲੀ ਵਾਰ ਵਾਂਗੂ ਜਿਵੇਂ ਕਿਸਾਨਾਂ ਨੇ, ਜਦ ਕਿ ਉੱਥੇ ਸਾਰੀਆਂ ਯੂਨੀਅਨਾਂ ਇਕੱਠੀਆਂ ਸੀ, ਇਸ ਵੇਲੇ ਸਾਰੀਆਂ ਯੂਨੀਅਨਾਂ ਨਹੀਂ ਹੈਗੀਆਂ, ਅੱਧੀਆਂ ਪੰਜਾਬ 'ਚ ਬੈਠੀਆਂ, ਵੱਡਾ ਹਿੱਸਾ ਰਾਦਰ ਪੰਜਾਬ 'ਚ ਉਹ ਇਹਦੇ ਵਿੱਚ ਅਜੇ ਸ਼ਾਮਲ ਨਹੀਂ। ਉਹਨਾਂ ਨੇ ਭਾਰਤ ਬੰਦ ਦਾ 16 ਤਰੀਕ ਨੂੰ ਸੱਦਾ ਦਿੱਤਾ ਹੋਇਆ, ਤੇ ਇਸ ਖੇਮੇ ਵੱਲੋਂ ਜਿਹੜਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਹਿੰਦੇ ਆ, ਜਿਹਦੇ ਵਿੱਚ ਡੱਲੇਵਾਲ ਤੇ ਪੰਨੂ ਪੰਧੇਰ ਹੋਣਾ ਦੇ ਦੋ ਖੇਮੇ ਇਕੱਠੇ ਹੈਗੇ ਆ, ਇਸ ਗੱਲ ਦਾ ਸਾਨੂੰ ਡਰ ਹੈ ਕਿ ਜੇ ਇਕੱਠ ਵੀ ਓਡਾ ਵੱਡਾ ਜਾਂ ਉਹਦੀ ਵੱਡੀ ਫੋਰਸ ਨਾ ਸਰਕਾਰ ਨੂੰ ਦਿਖਦੀ ਹੋਈ, ਤੇ ਜੇ ਉਲਟਾ ਉਹਦੇ ਨਾਲ ਆਪਾਂ ਵੱਡੇ ਸਟੈਪ ਲਏ ਕਿ ਇਹ ਵਾਇਲੈਂਸ ਦੀ ਕਾਊਂਟਰ ਵਾਇਲੈਂਸ ਵੱਲ ਨੂੰ ਚਲੇ ਗਏ, ਤਾਂ ਹੋ ਸਕਦਾ ਜਿਹੜਾ ਮਾਡਲ ਅਸੀਂ ਦੁਨੀਆ ਨੂੰ ਪੇਸ਼ ਕੀਤਾ
ਉਸ ਤੋਂ ਅਸੀਂ ਇੱਕ ਪਾਸੇ ਹਟ ਜਾਈਏ। ਇਸ ਲਈ ਇਹ ਜਿਹੜਾ ਰਿਸਕ ਬਣਿਆ, ਅਸੀਂ ਕੱਲ ਵੀ ਬਾਰ-ਬਾਰ ਫਾਰਮਰ ਦੇ ਲੀਡਰਾਂ ਨੂੰ, ਫਾਰਮਰਜ਼ ਨੂੰ ਅਪੀਲ ਕਰਦੇ ਰਹੇ ਆ ਪੂਰਾ ਦਿਨ ਕਿ ਭਾਈ ਤੁਸੀਂ ਸ਼ਾਂਤਮਈ ਰਾਹ ਨਹੀਂ ਛੱਡਣਾ, ਜਿੱਥੇ ਤੁਹਾਨੂੰ ਰੋਕਣਗੇ ਉੱਥੇ ਤੁਸੀਂ ਰੁਕ ਜਾਣਾ, ਉਹੀ ਤੁਹਾਡੀ ਸ਼ਕਤੀ ਹੋਊਗੀ, ਉਹੋ ਹੀ ਸਭ ਤੋਂ ਵੱਡੀ ਸਰਕਾਰ ਦੀ ਹਾਰ ਹੋਊਗੀ। ਜੀ ਮਨਜੀਤ ਜੀ, ਔਰ ਬਾਰ-ਬਾਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਅਨਾਉਂਸਮੈਂਟਸ ਵੀ ਹੋ ਰਹੀਆਂ ਨੇ ਅਥਾਰਟੀਜ਼ ਵੱਲੋਂ ਕਿ ਕੋਈ ਵੀ ਇਹਦੇ ਵਿੱਚ ਸ਼ਾਮਿਲ ਨਾ ਹੋਵੇ, ਔਰ ਜੋ ਸ਼ਾਮਿਲ ਹੋਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਔਰ ਥਾਂ-ਥਾਂ ਦੇ ਉੱਤੇ ਵੀ ਅਨਾਉਂਸਮੈਂਟਸ ਹੋ ਰਹੀਆਂ ਨੇ ਕਿ 16 ਤਰੀਕ ਨੂੰ ਕੋਈ ਰੇਹੜੀਆਂ ਨਾ ਲੱਗਣ, ਬਾਜ਼ਾਰ ਖਾਲੀ ਰਹਿਣ, ਕਿਉਂਕਿ ਭਾਰਤ ਬੰਦ ਦਾ ਸੱਦਾ ਹੈ, ਇਸ ਕਰਕੇ ਕੁਝ ਰਿਸਕੀ ਮਾਹੌਲ ਨਾ ਬਣ ਜਾਏ। ਤਮਾਮ ਗੱਲਾਂ ਚੱਲਦੀਆਂ ਪਈਆਂ ਨੇ। ਇੱਕ ਗੱਲ ਇਹਦੇ 'ਚ ਆਪਾਂ ਦੇਖਦੇ ਹਾਂ, ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ, ਬਾਰਡਰ ਨੂੰ ਜਿੱਦਾਂ ਸੀਲ ਕੀਤਾ ਹੋਇਆ ਹੈ, ਮਤਲਬ ਐਡੇ ਵੱਡੇ ਬੈਰੀਕੇਡਸ, ਕਿੱਲ, ਪਾਣੀ ਘੱਗਰ ਨਦੀ ਦੇ ਵਿੱਚ ਛੱਡਿਆ ਗਿਆ, ਤਾਰਾਂ, ਰੈਪਿਡ ਐਕਸ਼ਨ ਫੋਰਸ, ਵਜਰ ਔਰ ਡਰੋਨ ਨਾਲ ਕਾਰਵਾਈ ਕਰਨ ਵਾਸਤੇ ਤਿਆਰੀਆਂ, ਤਮਾਮ ਤਰ੍ਹਾਂ ਦੀਆਂ ਤਿਆਰੀਆਂ। ਇਹ ਕੋਈ ਫੌਜਾਂ ਚੜ੍ਹ ਕੇ ਆ ਗਈਆਂ ਨੇ ਜਿਨ੍ਹਾਂ ਦੇ ਵਾਸਤੇ ਇਹ ਟੈਂਕ ਤੋਪਾਂ ਲੈ ਕੇ ਖੜੇ ਹੋ ਗਏ ਹੋ? ਇਹ ਆਪਣੇ ਹੀ ਬੰਦੇ ਨੇ, ਆਪਣੇ ਹੀ ਲੋਕ ਨੇ। ਇਹ ਸਭ ਜਿਹੜੀਆਂ ਤਮਾਮ ਗੱਲਾਂ, ਸਟੇਟ ਪਾਵਰ ਨੂੰ ਇਸ ਹੱਦ ਤੱਕ ਇਸਤੇਮਾਲ ਕਰਨਾ ਔਰ ਇੰਨੇ ਖਰਚੇ ਕਰਨੇ, ਕੰਕਰੀਟ ਦੀਆਂ ਉੱਥੇ ਕੰਧਾਂ ਬਣਾ ਦੇਣੀਆਂ, ਇਹ ਕੀ ਹੋ ਰਿਹਾ ਹੈ? ਸਭ ਇਹ ਲੋਕਤੰਤਰ ਹੈ ਔਰ 2024 ਦੀਆਂ ਇਲੈਕਸ਼ਨਸ ਸਾਡੇ ਸਿਰ ਤੇ ਨੇ, ਔਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹਾਂ, ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਸਾਡਾ ਸੰਵਿਧਾਨ ਹੈ। ਇਹ ਪ੍ਰੈਕਟੀਕਲ ਕੀ ਕਰ ਰਹੇ ਹਾਂ ਅਸੀਂ ਮਨਜੀਤ ਜੀ, ਜੋ ਦੁਨੀਆ ਦੇ ਵਿੱਚ ਸਾਡੀ ਇਮੇਜ ਬਣਦੀ ਪਈ ਹੈ? ਸੰਜੀਵ ਜੀ, ਇਹ ਜਿਹੜਾ ਨਾ ਲੋਕਤੰਤਰ ਆ, ਉਹਦੀਆਂ ਇੱਕ ਸੀਮਾਵਾਂ ਆ। ਜੇ ਤਾਂ ਤੁਸੀਂ ਜੋ ਮਾਡਲ ਉਹਨਾਂ ਨੇ ਤੁਹਾਨੂੰ ਦਿੱਤਾ ਛੁਣਛਣਾ ਵਜਾਉਣ ਲਈ ਜਾਂ ਚੂਪਾ ਦਿੱਤਾ, ਉਹਨੂੰ ਚੂਸ ਕੇ ਤੁਸੀਂ ਆਪਣਾ ਖੁਸ਼ ਵੀ ਹੋਈ ਜਾਂਦੇ ਆ, ਤੇ ਮਾੜਾ ਮੋਟਾ ਕਿਤੇ ਮਾੜੀ ਮੋਟੀ ਗੱਲ ਕਰ ਦਿੰਦੇ ਆ ਵੀ ਨਹੀਂ ਐਤਕੀ ਦੂਸਰਾ ਦਿਓ ਜੀ, ਛੁਣਛਣਾ ਪੁਰਾਣਾ ਖਰਾਬ ਆ, ਉਹ ਤੁਹਾਨੂੰ ਬਦਲ ਦੇਣਗੇ। ਜੇ ਤੁਸੀਂ ਕਹੋ ਵੀ ਅਸੀਂ ਛੁਣਛਣੇ ਵਾਲੇ ਨਹੀਂ, ਅਸੀਂ ਤੇ ਹੁਣ ਉਹਨਾਂ ਦੀ ਜਗ੍ਹਾ ਖੰਡੇ ਚੱਕ ਲਏ ਆ, ਹਥਿਆਰ ਚੱਕ ਲਏ ਆ, ਤੁਸੀਂ ਤੇ ਸਾਡਾ ਬੇੜਾ ਬਿਠਾਤਾ, ਤੁਸੀਂ ਤੇ ਸਾਨੂੰ ਲੁੱਟਦੇ ਆ, ਤੁਸੀਂ ਸਾਡਾ ਪੈਸਾ ਖੂਨ ਪਸੀਨੇ ਦੀ ਕਮਾਈ ਚੱਕ ਕੇ ਕਿਸੇ ਹੋਰਨਾਂ ਨੂੰ ਦੇਈ ਜਾਂਦੇ ਆ, ਆਪਣੇ ਤੇ ਲਾਈ ਜਾਂਦੇ ਆ, ਆਪ ਜਹਾਜ਼ਾਂ 'ਚ ਝੂਟਦੇ ਆ, ਸਾਡਾ ਸਾਈਕਲ ਵੀ ਪੰਚਰ ਆ। ਜੇ ਇਹ ਗੱਲਾਂ ਸ਼ੁਰੂ ਹੋ ਜਾਣ ਸਮਾਜ ਦੇ ਅੰਦਰ, ਤਾਂ ਉਹ ਲੋਕਤੰਤਰ ਕੀ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ। ਫਰਾਂਸ ਵਿੱਚ ਜਿਹੜੇ ਹੁਣੇ 10 ਦੇਸ਼ਾਂ 'ਚ ਹੋ ਕੇ ਹਟਿਆ, ਕੀ ਉਹਨਾਂ ਨੂੰ ਮਨਜ਼ੂਰ ਆ? ਬੜੇ ਤੰਗ ਸੀ, ਬੜੇ ਪਰੇਸ਼ਾਨ ਸੀ, ਕਿਹਾ ਇੱਕ ਇਹਨਾਂ ਨੇ ਨਵਾਂ ਹੀ ਕੰਮ ਸਾਡੇ ਲਈ ਜੋਖਮ ਛੇੜ ਦਿੱਤਾ। ਜੇ ਤੇ ਜਿਸ ਕਿਸਮ ਨਾਲ ਲੁੱਟ ਖਸੁੱਟ ਸਿਸਟਮ ਦੀ ਚੱਲ ਰਹੀ ਆ, ਉਹਨੂੰ ਚੁੱਪ ਕਰਕੇ ਬਰਦਾਸ਼ਤ ਕਰਦੇ ਰਹੋ, ਉਹਨੂੰ ਸਵਾਲੀਆ ਚਿੰਨ੍ਹ ਦੇ ਵਿੱਚ ਨਾ ਲੈ ਕੇ ਆਓ। ਆਪਣੇ ਜੀਣ ਦੇ ਹੱਕ, ਹਕੂਕ, ਸਿਵਲ ਲਿਬਰਟੀਜ਼ ਦੀ ਗੱਲ ਤੁਸੀਂ ਨਾ ਕਰੋ। ਜਿਹੜੀ ਗੱਲ ਤੁਸੀਂ ਕਰਦੇ ਆ ਕਿ ਡੈਮੋਕ੍ਰੇਸੀ ਦੇ ਅੰਦਰ ਤੁਹਾਨੂੰ ਜੇ ਪ੍ਰੋਟੈਸਟ ਕਰਨ ਦਾ ਆਪਣੀ ਹੀ ਰਾਜਧਾਨੀ ਦੇ ਵਿੱਚ ਅਧਿਕਾਰ ਨਹੀਂ, ਆਪਣੇ ਚੰਡੀਗੜ੍ਹ 'ਚ ਆਉਣ ਦਾ ਅਧਿਕਾਰ ਨਹੀਂ, ਦਿੱਲੀ ਜਾਣ ਦਾ ਅਧਿਕਾਰ ਨਹੀਂ, ਤੇ ਕਾਹਦੀ ਡੈਮੋਕ੍ਰੇਸੀ ਹੈ? ਤੇ ਜਲੂਸ ਹੈ। ਔਰ ਤੁਸੀਂ ਬਿਲਕੁਲ ਹੀ ਉਸ ਕਿਸਮ ਨਾਲ ਕਿਲਾਬੰਦੀ ਕਰ ਲਈ ਹੈ ਕਿ ਜਿਵੇਂ ਵਿਦੇਸ਼ੀ ਫੌਜਾਂ ਚੜ ਕੇ ਆ ਰਹੀਆਂ ਹੋਣ। ਇਹਨਾਂ ਤੇ ਉਦੋਂ ਵੀ ਨਹੀਂ ਕਦੀ ਅਸੀਂ ਪਾਕਿਸਤਾਨ ਦੀ ਲੜਾਈ ਦੇ ਨਾਲ ਵੀ ਨਹੀਂ ਕਦੀ ਦੇਖਿਆ ਕਿ ਸੜਕਾਂ ਨੂੰ ਏਡੇ ਵੱਡੇ ਪੱਧਰ ਦੇ ਉੱਤੇ ਤੁਸੀਂ ਰੋਕਿਆ ਹੋਵੇ। ਤੇ ਆਪਣੇ ਹੀ ਲੋਕਾਂ ਤੋਂ ਇੰਨਾ ਡਰ ਕਾਹਦਾ? ਇਸ ਦਾ ਮੈਂ ਜਵਾਬ ਇਹ ਦੇ ਰਿਹਾ, ਡਰ ਇਸ ਗੱਲ ਦਾ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਅੱਜ ਜੇ ਅਸੀਂ ਇਹ ਹਨੇਰੀ ਫਿਰ ਦੁਬਾਰਾ ਚੜ੍ਹਨ ਦਿੱਤੀ ਤੇ ਪਿਛਲੀ ਵਾਰ ਵਾਂਗੂ ਬਹੁਤ ਮੂੰਹ ਦੀ ਖਾਣੀ ਪਊਗੀ। ਵੋਟਾਂ ਹੋਰ 2-3 ਮਹੀਨਿਆਂ ਦੇ ਉੱਤੇ ਸਿਰ ਤੇ ਆਈਆਂ ਹੋਈਆਂ, ਤੇ ਇਸ ਲਈ ਇਸ ਜੋਖਮ 'ਚ ਸਰਕਾਰ ਨਹੀਂ ਪੈਣਾ ਚਾਹੁੰਦੀ। ਉਹ ਹਰ ਹਾਲਤ ਦੇ ਵਿੱਚ ਇਸ ਨੂੰ, ਜਿਹਨੂੰ ਕਹਿੰਦੇ ਆ ਕਿ ਨਿਪਿੰਗ ਇਨ ਦਾ ਬਡ, ਕਿ ਉਹ ਜਿੱਥੋਂ ਸ਼ੁਰੂ ਹੋ ਰਹੀ ਆ ਉੱਥੇ ਹੀ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ। ਇਹੀ ਸਭ ਤੋਂ ਜ਼ਿਆਦਾ ਚਿੰਤਾਜਨਕ ਗੱਲ ਹੈ ਕਿ ਕਿਸਾਨ ਵੀਰਾਂ ਨੂੰ, ਜੋ ਸਰਕਾਰ ਦਾ ਇਸ ਵਾਰੀ ਐਟੀਟਿਊਡ ਆ, ਜੋ ਇਸ ਕਿਸਮ ਦੀ ਉਹ ਕੋਸ਼ਿਸ਼ ਕਰ ਰਹੇ ਆ, ਤੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਆਰ ਪਾਰ ਦੀ ਲੜਾਈ ਲੜਨਾ ਚਾਹੁੰਦੇ ਆ। ਕਿਸਾਨ ਵੀ ਜੇ ਉਸੇ ਕਿਸਮ ਨਾਲ ਕਹਿਣਗੇ ਕਿ ਚੰਗਾ ਜੇ ਤੁਸੀਂ ਸਾਡੇ ਤੇ ਆਉਂਦੇ ਆ, ਅਸੀਂ ਵੀ ਪਰਵਾਹ ਨਹੀਂ ਕਰਦੇ, ਸ਼ਹੀਦ ਹੋ ਜਾਾਂਗੇ, ਇਹ ਕਰ ਲਾਂਗੇ, ਜੇ ਉਸ ਪਾਸੇ ਨੂੰ ਚੱਲਾਂਗੇ ਤਾਂ ਇਹ ਇੱਕ ਡਿਫਰੈਂਟ ਪੱਧਰ ਤੇ ਸਾਰੀ ਲੜਾਈ ਚਲੇ ਜਾਊਗੀ। ਇਹ ਫਿਰ ਕੀ ਅਸੀਂ ਸੰਭਾਲ ਪਾਵਾਂਗੇ ਕਿ ਨਹੀਂ ਸੰਭਾਲ ਪਾਵਾਂਗੇ ਉਸ ਹਾਲਾਤ ਨੂੰ, ਉਹ ਸਾਨੂੰ ਅੱਜ ਦੀ ਹਾਲ ਦੀ ਘੜੀ ਤੁਰੰਤ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਜੇ ਨਿੱਜੀ ਤੌਰ ਤੇ ਪੁੱਛੋ, ਤਜਰਬਿਆਂ ਦੇ ਤੌਰ ਤੇ ਪੁੱਛੋ, ਮੈਨੂੰ 50-60 ਸਾਲ ਇਹਨਾਂ ਕੰਮਾਂ 'ਚ ਮੂਵਮੈਂਟਾਂ ਵਿੱਚ ਹੋ ਗਏ ਹੈ। ਤੇ ਸੰਜੀਵ ਜੀ, ਮੇਰਾ ਇਹ ਕਹਿੰਦਾ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਵਾਇਲੈਂਟ ਹੋ, ਸਰਕਾਰ ਚਾਹੁੰਦੀ ਹੈ ਕਿ ਤੁਸੀਂ ਅੱਗੇ ਆ ਕੇ ਕੁਛ ਨਾ ਕੁਛ ਉਹ ਕੰਮ ਕਰੋ ਜਿਹਦੇ ਨਾਲ ਉਹਨਾਂ ਦਾ ਹੱਥ ਭਾਰੀ ਹੋ ਜੇ। ਉਹਨਾਂ ਨੇ ਸੁਣਨ ਚ ਆਇਆ ਕਿ ਰਬੜ ਦੀਆਂ ਬੁਲੇਟਸ ਵੀ ਇਸਤੇਮਾਲ ਕਰਨ ਲਈ ਇਜਾਜ਼ਤ ਦੇ ਦਿੱਤੀ ਹੈ। ਜਿਹੜਾ ਉੱਥੇ ਵਾਟਰ ਕੈਨਨਸ ਹੈ, ਕੱਲ ਉਹ ਪਾਣੀ ਦੇਖ ਰਿਹਾ ਸੀ, ਗੁਲਾਬੀ ਜਿਹੇ ਰੰਗ ਦਾ ਪਾਣੀ ਆ, ਕਹਿੰਦੇ ਜੇ ਸਕਿਨ ਤੇ ਪੈ ਜੇ ਤੇ ਉਹਦੇ ਚ ਰੈਸ਼ਸ ਹੋ ਜਾਂਦੇ ਆ।
ਕਿਹੋ ਜਿਹੇ ਹੱਥ ਕੰਡੇ ਵਰਤੇ ਜਾ ਰਹੇ ਆ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਇਜ਼ਰਾਈਲ ਤੇ ਪੈਲਸਤੀਨ ਦੀ ਲੜਾਈ ਲੱਗੀ ਹੋਵੇ ਕਿ ਜਿੱਥੇ ਪਰਵਾਹ ਨਹੀਂ ਕਰਨੀ, ਛੱਡਣੇ ਨਹੀਂ ਹੈ, ਬਸ ਉਡਾ ਦੇਣੇ ਆ। ਉਸ ਕਿਸਮ ਦੀਆਂ ਤਿਆਰੀਆਂ ਸੈਂਟਰ ਵੱਲੋਂ ਹੋ ਰਹੀਆਂ ਆ। ਇਹ ਬੜੀ ਅਫਸੋਸ ਵਾਲੀ ਗੱਲ। ਤੁਹਾਡੀ ਜਿਹੜੀ ਚਿੰਤਾ ਉਹ ਠੀਕ ਆ, ਪਰ ਕੌਣ ਪਰਵਾਹ ਕਰਦਾ ਆ? ਯੂਕਰੇਨ ਬਾਰੇ ਕਿੰਨੀ ਕੁ ਦੁਨੀਆ ਦੇ ਵਿੱਚ ਪਰਵਾਹ ਹੋਈ ਆ? ਆਪਣੀ ਆਪਣੀ ਪੋਲਿਟਿਕਸ ਕਰ ਰਹੇ ਆ। ਪੈਲਸਤੀਨ ਬਾਰੇ ਕਿੰਨਿਆਂ ਕੁ ਲੋਕਾਂ ਨੇ ਹਾ ਦਾ ਨਾਰਾ ਮਾਰਿਆ ਕਿ ਤੁਸੀਂ ਸਿਵਲੀਅਨਸ ਨੂੰ ਵੱਡੇ ਪੱਧਰ ਤੇ ਹਜ਼ਾਰਾਂ ਦੇ ਤੌਰ ਤੇ ਮਾਰੀ ਤੁਰੇ ਜਾਂਦੇ। ਜੇ ਤੁਹਾਡੀ ਲੜਾਈ ਉਥੋਂ ਦੇ ਹਮਾਸ ਦੇ ਨਾਲ ਆ ਤੇ ਉਹਨਾਂ ਨਾਲ ਲੜੋ। ਤੁਸੀਂ ਸਿਵਲੀਅਨਸ ਨੂੰ ਕਿਉਂ ਮਾਰ ਰਹੇ ਆ? ਹੁਣ ਤੁਸੀਂ ਰਾਫਾ ਦੇ ਵਿੱਚ ਵੀ ਦੁਬਾਰਾ ਅਟੈਕ ਕਰਨ ਦੀ ਤਿਆਰੀ ਕਰ ਰਹੇ ਆ, ਸਿਵਲੀਅਨ ਉੱਥੇ ਡਰੇ ਹੋਏ ਆ। ਮੈਂ ਪੈਲਸਤੀਨ ਦੇ ਰਾਫਾ ਦੀ ਗੱਲ ਕਰ ਰਿਹਾ। ਇਸ ਲਈ ਇਹ ਜਿਹੜੀ ਹੈ ਨਾ ਡੈਮੋਕ੍ਰੇਸੀ ਉਨਾ ਚਿਰ ਹੀ ਤੁਹਾਨੂੰ ਸੋਹਣੀ ਲੱਗਦੀ ਹੈ ਜਿੰਨਾ ਚਿਰ ਤੱਕ ਤੁਸੀਂ ਆਪਣੇ ਤੇ ਕਾਠੀ ਪਾਉਣ ਦੀ ਇਜਾਜ਼ਤ ਦਿੰਦੇ ਆ। ਜਦੋਂ ਮਾੜਾ ਜਿਹਾ ਕਹਿੰਦੇ ਆ ਕਿ ਖਬਰਦਾਰ, ਬਹੁਤ ਅਸੀਂ ਤੁਹਾਡਾ ਭਾਰ ਚੁੱਕ ਲਿਆ, ਹੁਣ ਤੁਸੀਂ ਸਾਡੀ ਬਰਾਬਰ ਤੇ ਆ ਕੇ ਗੱਲ ਸੁਣੋਗੇ ਤੇ ਸਾਡੇ ਨਾਲ ਬਰਾਬਰ ਦਾ ਆ ਕੇ ਰਿਸ਼ਤਾ ਬਣਾਓਗੇ, ਉਸ ਦਿਨ ਉਹਨਾਂ ਨੂੰ ਖਤਰੇ ਦੀ ਘੰਟੀ ਵੱਜ ਜਾਂਦੀ ਆ। ਉਹ ਕਦੀ ਬਰਦਾਸ਼ਤ ਨਹੀਂ ਕਰਦੇ, ਭੁੱਲ ਜਾਂਦੇ ਆ ਸਾਰਾ ਨਿਆਂ, ਭੁੱਲ ਜਾਂਦੇ ਆ ਸਾਰੀਆਂ ਸਿਵਲ ਲਿਬਰਟੀਜ਼। ਉਹੋ ਹੀ ਅੱਜ ਸਾਨੂੰ ਡਰ ਆ, ਚਿੰਤਾ ਆ ਕਿ ਕਿਤੇ ਉਹ ਵੱਡੇ ਪੱਧਰ ਤੇ ਕੋਈ ਉਲਟੇ ਸਿੱਧੇ ਕੰਮ ਉਸ ਵਾਇਲੈਂਸ ਵਿੱਚ ਨਾ ਹੋ ਜਾਣ। ਮਨਜੀਤ ਜੀ, ਇੱਕ ਜੀ ਗੱਲ ਆਪਾਂ ਲਈਏ ਇਕਨੋਮੀ ਦੀ। ਕਹਿੰਦੇ ਨੇ ਕਿ ਜੇ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣ, ਕਿਸਾਨਾਂ ਦੀਆਂ MSP ਦੇ ਨਾਲ ਹੋਰ ਸਾਰੀਆਂ ਮੰਗਾਂ, ਕੇਸ ਵਾਪਸ ਲੈਣੇ ਨੇ, ਉਹ ਤਾਂ ਐਡਮਿਨਿਸਟ੍ਰੇਸ਼ਨਸ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਇਕਨੋਮੀ ਨਾਲ, ਫਾਈਨੈਂਸ ਨਾਲ ਜੁੜੀਆਂ ਹੋਈਆਂ ਸਾਰੀਆਂ ਮੰਗਾਂ ਨੇ, ਜੇ ਮੰਨ ਲਈਆਂ ਜਾਣ ਤਾਂ ਸਰਕਾਰ ਇਸ ਕਾਬਿਲ ਨਹੀਂ ਹੈ ਕਿ ਇੰਨਾ ਖਰਚਾ ਚੁੱਕ ਸਕੇ। ਸਾਡੀ ਇਕਨੋਮੀ ਦਾ ਪੱਠਾ ਬਹਿ ਜਾਣਾ, ਸਾਡੀ ਇਕਨੋਮੀ ਫੇਲ ਹੋ ਜਾਣੀ ਹੈ, ਅਸੀਂ ਦਿਵਾਲਾ ਨਿਕਲ ਜਾਣਾ ਹੈ, ਕਿਉਂਕਿ ਅਸੀਂ ਫਾਈਨੈਂਸ਼ੀਅਲੀ ਉਹਨੇ ਸਟਰੋਂਗ ਨਹੀਂ ਹੈਗੇ ਕਿ ਕਿਸਾਨਾਂ ਦੀਆਂ ਸਾਰੀਆਂ ਫਾਈਨੈਂਸ ਦੀਆਂ ਮੰਗਾਂ ਮੰਨ ਸਕੀਏ। ਇਕਨੋਮੀ ਨੂੰ ਵਾਕਈ ਖਤਰਾ ਹੈ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਮਨਜੀਤ ਜੀ? ਮੇਰੇ ਵੀਰ, ਮੈਂ ਜਿਹੜੀ ਗੱਲ ਤੁਸੀਂ ਹੁਣ ਜੇ ਬਿਲਕੁਲ ਸਾਫ਼ ਸੁਥਰੀ, ਬਿਲਕੁਲ ਸਾਫ਼ ਸ਼ਬਦਾਂ 'ਚ ਉਹ ਗੱਲ ਘਵਾਉਣੀ ਹੈ ਤੇ ਮੈਂ ਕਹਿ ਦਿੰਦਾ। ਸਿਸਟਮ ਕੀ ਹੈ? ਮਜ਼ਦੂਰੀ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਸ਼। ਕੋਈ ਲੂੰਬੜੀ ਕਹਿ ਦਿੰਦਾ, ਕੋਈ ਬਾਂਦਰੀ ਕਹਿ ਦਿੰਦਾ। ਜਾਣੀ ਖਾਣ ਪੀਣ ਤੇ ਦਿੱਲੀ ਵਾਲੇ ਪੋਲੀਟੀਸ਼ੀਅਨ, ਔਰ ਪੋਲੀਟੀਸ਼ੀਅਨ ਨੇ ਜੋ ਦੇਸ਼ ਨੂੰ ਨਰਕ ਵਿੱਚ ਪਾਇਆ ਹੋਇਆ। ਤੁਸੀਂ ਦੇਖਦੇ ਨਹੀਂ ਆ ਮਹਾਰਾਸ਼ਟਰ 'ਚ ਕੀ ਹੋਇਆ? ਕਦੀ ਕੁਛ, ਕਦੀ ਕੁਛ, ਕਦੀ ਹੁਣ ਚਮਾਨ ਛੱਡ ਗਿਆ, ਕੋਈ ਆ ਗਿਆ, ਕੋਈ ਚਲਾ ਗਿਆ। ਜੋ ਨਿਤਿਸ਼ ਕੁਮਾਰ ਨੇ 3 ਵਾਰੀ ਇੱਕੋ ਹੀ ਟਰਮ ਦੇ ਵਿੱਚ ਚੀਫ ਮਿਨਿਸਟਰ ਦੀ ਸਹੁੰ ਚੁੱਕ ਕੇ ਕੀ ਜਲੂਸ ਕੱਢਿਆ, ਕਿਵੇਂ RJD ਦੇ ਬੰਦੇ ਬੈਠ ਗਏ ਜਾ ਕੇ ਰੂਲਿੰਗ ਵੱਲ, ਨਿਤਿਸ਼ ਕੁਮਾਰ ਦੇ ਖੇਮੇ ਵੱਲ, ਮਤਲਬ ਵਿਰੋਧੀ ਪਾਰਟੀਆਂ 'ਚ ਉੱਠ ਕੇ ਕੁਛ ਹੋਇਆ, ਦਿੱਤਾ ਲਿਆ ਹੋਊਗਾ। ਇਸ ਦੇਸ਼ ਦੇ ਅੰਦਰ ਜੋ ਜਿੰਨੀ ਦੋਈ ਹੱਥੀਂ ਲੁੱਟ ਤੇ ਜਿੰਨੀ ਧਾਂਦਲੀ ਪੋਲੀਟੀਕਲ ਜਮਾਤ ਨੇ ਮਚਾਈ ਹੋਈ ਆ, ਜਾਨੀ ਕਿਸੇ ਕਿਸਮ ਦੀ ਕੋਈ ਰੂਲ ਅਸੂਲ ਉਹਨਾਂ ਤੇ ਲਾਗੂ ਹੀ ਨਹੀਂ ਹੁੰਦਾ। ਔਰ ਉਹ ਸਮਝਦੇ ਆ ਕਿ ਇਹ ਦੇਸ਼ ਸਾਡੀ ਜੇਬ ਦੇ ਵਿੱਚ ਆ। ਲੋਕ ਦੇਖਦੇ ਨਹੀਂ। ਲੋਕਾਂ ਨੇ ਦੇਖ ਲਿਆ ਕਿ ਇਹ ਡਿਸਕ੍ਰੈਡਿਟ ਹੋ ਚੁੱਕੀ ਰਾਜਨੀਤਿਕ ਜਮਾਤ ਆ। ਇਹ ਸਵਾਏ ਜਿਸ ਤਰ੍ਹਾਂ ਬਘਿਆੜ ਤੁਰੇ ਫਿਰਦੇ ਆ, ਆਦਮਬੋ ਕਰਦੇ, ਉਹੋ ਜਿਹਾ ਇਹਨਾਂ ਦਾ ਕੰਮ ਆ। ਤੇ ਇਸ ਲਈ ਇਹਨਾਂ ਤੋਂ ਨਾ ਡਰਨ ਦੀ ਲੋੜ ਆ, ਨਾ ਇਹਨਾਂ ਦੇ ਜੋ ਦਮਗਜੇ ਆ ਉਹਨਾਂ ਤੋਂ ਡਰਨ ਦੀ ਲੋੜ ਹੈ, ਤੇ ਨਾ ਇਹਨਾਂ ਦੀ ਕੋਈ ਗੱਲਾਂ ਨੂੰ ਬਹੁਤਾ ਮੰਨਣ ਦੀ ਲੋੜ ਆ। ਤੁਸੀਂ ਆਪਣੇ ਹੱਕ ਹਕੂਕ ਦੀ ਗੱਲ ਕਰੋ। ਕਿਸਾਨ ਕੀ ਕਹਿ ਰਹੇ? ਇਹੀ ਕਹਿ ਰਹੇ ਨੇ ਕਿ ਪਿੰਡਾਂ ਨੂੰ ਨਾ ਜਾੜੋ। ਇਹੀ ਕਹਿ ਰਹੇ ਆ ਕਿ ਸਾਨੂੰ ਘੱਟੋ ਘੱਟ ਇੰਨਾ ਕਿਤੇ ਦੇ ਦਿਓ ਕਿ ਅਸੀਂ ਬਚੇ ਰਹੀਏ। ਉਹ ਕਹਿ ਰਹੇ ਕਿ ਤੁਹਾਡਾ ਹੀ ਇੱਕ ਕਮਿਸ਼ਨ, ਸਵਾਮੀਨਾਥਨ ਕਮਿਸ਼ਨ ਬਣਾਇਆ ਸੀ, ਜੋ ਉਹਦੀਆਂ ਰეკਮੈਂਡੇਸ਼ਨਾਂ ਲਾਗੂ ਕਰ ਦਿਓ। ਤੁਸੀਂ ਉਸ ਨੂੰ ਇੱਕ ਪਾਸੇ ਭਾਰਤ ਰਤਨ ਦੇ ਰਹੇ ਆ, ਦੂਜੇ ਪਾਸੇ ਤੁਸੀਂ ਮਤਲਬ ਉਸ ਨੂੰ ਆਪਣਾ ਸਭ ਤੋਂ ਸਰਵੋਤਮ ਆਨਰ ਦੇ ਰਹੇ ਆ ਦੇਸ਼ ਦੀ, ਤੇ ਦੂਜੇ ਪਾਸੇ ਤੁਸੀਂ ਉਸ ਦੀਆਂ ਰეკਮੈਂਡੇਸ਼ਨ ਨੂੰ ਅੱਖੋਂ ਪਰੋਖੇ ਕਰ ਰਹੇ ਆ। ਇਹ ਕਿਵੇਂ ਦੋਵੇਂ ਗੱਲਾਂ ਚੱਲਣਗੀਆਂ? ਜਾਂ ਤੇ ਤੁਸੀਂ ਉਸ ਨੂੰ ਭਾਰਤ ਰਤਨ ਨਾ ਦਿਓ, ਜੇ ਭਾਰਤ ਰਤਨ ਦਿੰਦੇ ਆ ਤੇ ਉਹਦੀਆਂ ਰეკਮੈਂਡੇਸ਼ਨ ਦੀ ਰਿਸਪੈਕਟ ਕਰੋ। ਇਹੀ ਕਿਸਾਨ ਕਹਿ ਰਹੇ ਆ। ਦੂਜੀ ਗੱਲ ਕਹਿ ਰਿਹਾ ਕਿ ਜੇ ਹਰ ਚੀਜ਼ ਦੀ ਕੋਈ ਸਪੋਰਟ ਪ੍ਰਾਈਸ ਆਪਣੀ ਫੈਕਟਰੀ ਤੈਅ ਕਰਦੀ ਹੈ, ਫੈਕਟਰੀ ਕਰਦੇ ਕਿ ਨਹੀਂ? ਸਰਵਿਸਿਜ਼ ਵਾਲੇ, ਹੋਟਲ ਵਾਲੇ ਤੁਹਾਨੂੰ ਪੁੱਛ ਕੇ ਆਪਣਾ ਰੈਂਟ ਰੱਖਦੇ ਆ? ਨਹੀਂ, ਹਰ ਕੋਈ ਆਪੋ ਆਪਣਾ ਬਿਜ਼ਨਸ ਚਲਾ ਰਿਹਾ ਹੈ। ਕਿਸਾਨਾਂ ਨੂੰ ਤੁਸੀਂ ਇਨਪੁਟਸ ਦੀ ਕੀਮਤ ਵੀ ਆਪ ਹੀ ਰੱਖਦੇ ਆ, ਆਊਟਪੁੱਟ ਦੀ ਕੀਮਤ ਵੀ ਆਪ ਰੱਖਦੇ ਆ। ਤੁਸੀਂ ਉਹਨਾਂ ਨੂੰ ਇਹਨਾਂ ਦੋਈ ਪਾਸਿਓਂ ਪੀਸ ਕੇ ਰੱਖ ਦਿੱਤਾ ਆ ਕਿ ਉਹ ਇੱਕ ਐਗਰੀਕਲਚਰ ਲੈਂਡਲੈਸ ਲੇਬਰ ਨਾਲੋਂ ਵੀ ਥੱਲੇ ਤੁਰੇ ਜਾਂਦੇ ਆ। ਇਹ ਸਾਡੇ ਕਹਿਣੇ ਨਹੀਂ, ਉਹਨਾਂ ਦੀਆਂ ਆਪਣੀਆਂ ਇਹੋ ਜਿਹੀਆਂ ਸਟੱਡੀਜ਼ ਵੀ ਹੈਗੀਆਂ ਸਰਕਾਰ ਦੀਆਂ। ਇਹ ਬਹੁਤ ਜ਼ਰੂਰੀ ਹੈਗਾ ਆ ਆਪਣਾ ਸੰਜੀਵ ਜੀ ਕਿ ਉਹਨਾਂ ਦੀ ਇਸ ਦਰਦ ਨੂੰ ਸਮਝਿਆ ਜਾਏ, ਇਸ ਦੁੱਖ ਨੂੰ ਸਮਝਿਆ ਜਾਏ ਕਿ ਸਾਨੂੰ ਜੀਣ ਜੋਗਾ ਛੱਡ ਦਿਓ, ਨਹੀਂ ਤੇ
ਮੈਂ ਕਹਿੰਦਾ ਆਪਾਂ ਨਾ ਕਰੇ ਸਰਕਾਰ ਆਪਣੀ ਕਰੇ। ਇੰਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਪਿੰਡਾਂ ਤੋਂ ਉਜਾੜ ਕੇ ਵੈਸਟ ਵਾਂਗੂ, ਯੂਰਪ ਵਾਂਗੂ, ਅਮਰੀਕਾ ਵਾਂਗੂ ਕਿੱਥੇ ਸੁੱਟੋਗੇ? ਸ਼ਹਿਰ ਤੇ ਤੁਹਾਡੇ ਪਹਿਲਾਂ ਹੀ ਕੁਰਬਲ ਹੋਈ ਫਿਰਦੀ ਆ। ਉੱਥੇ ਤੇ ਪਹਿਲਾਂ ਹੀ ਲੋਕਾਂ ਕੋਲ ਸਿਰ ਤੇ ਛੱਤ ਨਹੀਂ। ਕਿੰਨੇ 25 20% ਲੋਕ ਸੜਕਾਂ ਤੇ ਸੌਂਦੇ, ਝੁੱਗੀ ਝੌਂਪੜੀ 'ਚ ਬੈਠੇ ਆ। ਇਹ ਜੇ ਕਿਸਾਨ ਇਹ ਕਹਿ ਰਹੇ ਆ ਕਿ ਜੇ ਇੱਕ ਨਵੀਂ ਕਿਸਮ ਦੀ ਇਕਨੋਮੀ ਨੂੰ ਬਲ ਦੇਣਾ ਆ, ਇੱਕ ਨਵਾਂ ਦੁਨੀਆ ਦੇ ਵਿੱਚ ਵੱਡੀ ਡੈਮੋਕ੍ਰੇਸੀ ਦੇ ਨਾਲ ਕਿਸਾਨਾਂ ਨੂੰ ਪ੍ਰਫੁੱਲਤ ਦੇਖਣਾ, ਪਿੰਡਾਂ ਨੂੰ ਖੁਸ਼ਹਾਲ ਦੇਖਣ ਦਾ ਮਾਡਲ ਤੁਸੀਂ ਦਿੰਦੇ ਆ, ਤੇ ਇਹਦਾ ਮੈਸੇਜ ਸਾਰੀ ਦੁਨੀਆ 'ਚ ਜਾਊਗਾ। ਇੱਕ ਨਵਾਂ ਮਾਡਲ ਆ, ਇੱਕ ਨਵਾਂ ਤਰੀਕਾ ਆ ਜੀਣ ਦਾ। ਸ਼ਹਿਰੀਕਰਨ ਏਡੇ ਵੱਡੇ ਪੱਧਰ ਤੇ ਕਰਕੇ ਚੰਗੇ ਤੋਂ ਚੰਗੇ ਸ਼ਹਿਰ ਦਾ ਸਤਿਆਨਾਸ਼ ਹੋਇਆ। ਦਿੱਲੀ ਰਹਿਣ ਦੇ ਲਾਇਕ ਨਹੀਂ ਹੈਗਾ। ਤੁਸੀਂ ਬੈਂਗਲੌਰ ਦਾ ਹਾਲ ਦੇਖ ਲਓ, ਬੰਬੇ ਦਾ ਹਾਲ ਦੇਖ ਲਓ, ਚੰਡੀਗੜ੍ਹ ਦਾ ਹਾਲ ਦੇਖ ਲਓ, ਜਿਹਨੂੰ ਸਿਟੀ ਬਿਊਟੀਫੁਲ ਲਿਖਦੇ ਆ। ਤੇ ਤੁਸੀਂ ਜਾ ਕੇ ਦੇਖੋ ਸਵੇਰੇ ਕੀ ਰਾਸ਼ ਆ, ਕਿੰਨੀਆਂ ਟ੍ਰੈਫਿਕ ਜੈਮ ਆ। ਸ਼ਹਿਰ ਸਾਡੇ ਰਹਿਣ ਦੇ ਲਾਇਕ ਨਹੀਂ ਹੈਗੇ ਤੇ ਪਿੰਡਾਂ ਨੂੰ ਤੁਸੀਂ ਉਜਾੜਨਾ ਚਾਹੁੰਦੇ ਆ। ਉਹ ਇਹ ਕਹਿ ਰਹੇ ਆ ਭਾਈ ਪਿੰਡਾਂ ਨੂੰ ਵਸੇ ਰਹਿਣ ਦਿਓ। ਲੈ ਇੰਨੀ ਗੱਲ ਹੈਗੀ ਆ। ਇਹ ਕਿਹੜਾ ਇਹਦੇ ਚ ਏਡਾ ਵੱਡਾ ਜੰਤਰ ਮੰਤਰ ਆ ਕਿ ਜਿਹੜਾ ਕਿਸੇ ਨੂੰ ਫਾਰਮੂਲਾ ਜਿਹੜਾ ਸਮਝ ਨਹੀਂ ਪੈਂਦਾ। ਕੋਈ ਰਾਕਟ ਟੈਕਨੋਲੋਜੀ ਹੈ ਜਿਹੜੀ ਸਮਝ ਨਹੀਂ ਪੈਂਦੀ, ਮੋਦੀ ਜੀ ਨੂੰ ਸਮਝ ਪੈਂਦੀ ਹੈ। ਉਹ ਕਹਿੰਦੇ ਕਿ ਇਹਨਾਂ ਦੇ ਰਾਹੀਂ ਜੀਐਸਟੀ ਟੈਕਸ ਸਾਰੇ ਇਕੱਠੇ ਕਰਕੇ ਕੇਂਦਰ ਦੇ ਖਜ਼ਾਨੇ ਚ ਲਿਜਾ ਕੇ ਮਹਿੰਗਾ ਡੀਜ਼ਲ, ਮਹਿੰਗਾ ਪੈਟਰੋਲ, ਹਰ ਚੀਜ਼ ਮਹਿੰਗੀ ਦੇ ਕੇ, ਦੁੱਧ ਲੱਸੀ ਤੱਕ ਤੁਸੀਂ ਜੀਐਸਟੀ ਲਾ ਕੇ ਲੋਕਾਂ ਨੂੰ ਭੁੱਖੇ ਮਾਰ ਕੇ ਪੈਸੇ ਦੇਣੇ ਅਡਾਨੀ ਅੰਬਾਨੀ ਨੂੰ। ਆਹ ਕੰਮ ਚੱਲ ਰਿਹਾ। ਉਹ ਇਸ ਗੱਲ ਨੂੰ ਚੁਣੌਤੀ ਦੇ ਰਿਹਾ। ਉਹ ਪਿਛਲੀ ਵਾਰੀ ਵੀ ਦਿੱਤੀ ਸੀ ਉਹਨਾਂ ਨੇ, ਹੁਣ ਵੀ ਚੁਣੌਤੀ ਦੇ ਰਿਹਾ। ਇਹ ਲੜਾਈ ਇੰਨੀ ਜਿੰਨੀ ਉੱਪਰੋਂ ਸੁਪਰਫੀਸ਼ਲੀ ਇੰਜ ਲੱਗ ਰਹੀ ਆ ਕਿ ਬੜੀ ਸਧਾਰਨ ਲੜਾਈ ਆ, ਇਹਦੀਆਂ ਜੜਾਂ ਬਹੁਤ ਗਹਿਰੀਆਂ ਆ ਤੇ ਇਹਦੇ ਭੁਚਾਲ ਵੀ ਵੱਡੇ ਹਿਲਾਉਣ ਵਾਲੇ, ਦੇਸ਼ ਦੀ ਰਾਜਨੀਤੀ ਨੂੰ ਹਿਲਾਉਣ ਵਾਲੇ ਹੋਣਗੇ। ਰਾਜਨੀਤੀ ਦੀ ਆਪਾਂ ਜੇ ਗੱਲ ਕਰੀਏ, ਠੀਕ ਹੈ, ਭਾਰਤ ਰਤਨ ਦੀ ਤੁਸੀਂ ਗੱਲ ਕੀਤੀ ਔਰ ਭਾਰਤ ਰਤਨ ਵੀ ਇਸ ਵਾਰ ਕਾਫੀ ਦਿੱਤੇ ਜਾ ਰਹੇ ਨੇ। ਉਹਦੇ ਉੱਤੇ ਵੀ ਪੋਲਿਟਿਕਸ ਹੋ ਰਹੀ ਹੈ ਕਿ ਇਹ ਕੀ ਚੀਜ਼ ਹੈ, ਇਹ ਇੰਨੇ ਭਾਰਤ ਰਤਨ ਜੋ ਦਿੱਤੇ ਜਾ ਰਹੇ ਨੇ ਇਹਦੇ ਪਿੱਛੇ ਕੀ ਸੋਚ ਹੈ। ਕੁਝ ਲੋਕ ਇਹਨੂੰ ਇਲੈਕਸ਼ਨਸ ਦੇ ਨਾਲ ਜੋੜ ਕੇ ਦੇਖ ਰਹੇ ਨੇ, ਡਿਸਕਸ ਕਰ ਰਹੇ ਨੇ ਔਰ ਇਸ ਵਕਤ ਮਾਹੌਲ ਹੀ ਅਜਿਹਾ ਬਣਿਆ ਹੋਇਆ ਕਿ ਹਰ ਚੀਜ਼ ਨੂੰ ਇਲੈਕਸ਼ਨਸ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ। ਆਪਾਂ ਸਿੱਧੀ ਗੱਲ ਕਰੀਏ, ਜੋ ਇਸ ਵਕਤ ਪ੍ਰਧਾਨ ਮੰਤਰੀ ਸਾਹਿਬ 15 ਅਗਸਤ ਨੂੰ ਲਾਲ ਕਿਲੇ ਤੋਂ ਵੀ ਬੋਲ ਚੁੱਕੇ ਨੇ, ਤੀਸਰੀ ਟਰਮ ਦੀ ਗੱਲ ਕੀਤੀ ਉਹਨਾਂ ਨੇ ਔਰ ਪਾਰਲੀਮੈਂਟ ਦੇ ਵਿੱਚ ਵੀ ਤੀਸਰੀ ਟਰਮ ਦੀ ਗੱਲ ਹੁੰਦੀ ਪਈ ਹੈ। ਇੱਕ ਵੱਡੀ ਇਕਨੋਮੀ ਐਸਟੈਬਲਿਸ਼ ਕਰਨ ਦੀ ਗੱਲ ਹੁੰਦੀ ਪਈ ਹੈ ਔਰ ਉਹਦੇ ਵਿੱਚ ਇੱਕ ਨਾਰਾ ਆ ਰਿਹਾ ਹੈ ਬਾਰ-ਬਾਰ, ਹਰ ਥਾਂ ਦੇ ਉੱਤੇ ਅਸੀਂ ਸੁਣ ਰਹੇ ਹਾਂ, ਅਬ ਕੀ ਬਾਰ 400 ਪਾਰ। ਔਰ ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਰਹੇ ਨੇ ਕਿ ਐਨਡੀਏ 370 ਦੇ ਕਰੀਬ ਜ਼ਰੂਰ ਲਏਗੀ ਸੀਟਾਂ। ਐਨਡੀਏ ਟੋਟਲ 400 ਤੋਂ ਉੱਤੇ ਲਏਗੀ, ਜਿਹਦੇ ਵਿੱਚ ਬੀਜੇਪੀ 370 ਦੇ ਕਰੀਬ ਜ਼ਰੂਰ ਲਏਗੀ ਸੀਟਾਂ। ਹੁਣ ਜੇ ਐਡੀ ਵੱਡੀ ਗਿਣਤੀ ਦੇ ਵਿੱਚ ਮਤਲਬ ਟੋਟਲ ਮੈਜੋਰਿਟੀ ਲੈ ਕੇ ਆਉਂਦੀ ਹੈ ਐਨਡੀਏ, ਤਾਂ ਉਹਦੇ ਵਿੱਚ ਵਿਪਕਸ਼ ਦਾ ਤੇ ਕੋਈ ਥਾਂ ਰਹਿ ਨਹੀਂ ਜਾਣਾ। ਵਿਪਕਸ਼ ਕਿਸੇ ਥਾਂ ਦੇ ਉੱਤੇ ਵਿਰੋਧ ਨਹੀਂ ਕਰ ਸਕੇਗਾ ਕਿਉਂਕਿ ਮੈਜੋਰਿਟੀ ਇਹਨਾਂ ਦੀ ਹੈ। ਸੋ ਇਹ ਐਡਾ ਵੱਡਾ ਤੁਸੀਂ ਜਦੋਂ ਮੈਜੋਰਿਟੀ ਨਾਲ ਆਉਂਦੇ ਹੋ ਤਾਂ ਨੋ ਓਪੋਜੀਸ਼ਨ, ਕੋਈ ਓਪੋਜੀਸ਼ਨ ਰਹਿ ਨਹੀਂ ਜਾਂਦੀ। ਫਿਰ ਡੈਮੋਕ੍ਰੇਸੀ ਕਿੱਦਾਂ ਸਰਵਾਈਵ ਕਰੇਗੀ? ਕਿਉਂਕਿ ਫਿਰ ਤਾਂ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਸਾਰੇ ਲਾਜ਼ ਬਣਾਓਗੇ, ਮਰਜ਼ੀ ਦੇ ਮੁਤਾਬਿਕ ਸਾਰੇ ਬਿੱਲ ਪਾਸ ਕਰੋਗੇ, ਤੁਹਾਨੂੰ ਕੋਈ ਓਪੋਜੀਸ਼ਨ ਮਿਲੇਗੀ ਨਹੀਂ। ਤੇ ਫਿਰ ਇਹ ਭਾਰਤ ਦਾ ਰੂਪ ਕੀ ਹੋਏਗਾ, ਡੈਮੋਕ੍ਰੇਸੀ ਦਾ ਰੂਪ ਕੀ ਹੋਏਗਾ ਵਿਦਆਊਟ ਓਪੋਜੀਸ਼ਨ? ਮਨਜੀਤ ਜੀ, ਜੇ ਤੁਹਾਨੂੰ ਅਜੇ ਵੀ ਭੁਲੇਖਾ ਕਿ ਸਾਡੇ ਦੇਸ਼ ਦੇ ਅੰਦਰ ਸੱਚੀ ਮਾਅਨਿਆਂ ਦੇ ਵਿੱਚ ਡੈਮੋਕ੍ਰੇਸੀ ਚੱਲ ਰਹੀ ਹੈ, ਤੇ ਇਸ ਭੁਲੇਖੇ ਨੂੰ ਦੂਰ ਕਰ ਲਓ। ਅੱਜ ਤੋਂ ਹੀ ਇਸ ਨੂੰ ਕਰੈਕਟ ਕਰ ਲਓ। ਤੁਹਾਡੇ ਸਾਹਮਣੇ ਪਾਰਲੀਮੈਂਟ 'ਚ ਕੀ ਹੋਇਆ ਤੁਹਾਨੂੰ ਦਿਖਿਆ ਨਹੀਂ ਹੈਗਾ? ਆਪਾਂ ਨੇ ਦੇਖਿਆ ਹੀ ਆ ਕਿ 146 ਐਮਪੀ ਨੂੰ ਚੱਕ ਕੇ ਬਾਹਰ ਮਾਰਿਆ, ਪਿੱਛੋਂ ਬਿੱਲ ਪਾਸ ਕਰ ਲਏ। ਕਿੱਡਾ ਕਿ ਜਿਹਾਦ ਹੋਇਆ ਇੰਡੀਆ ਦੇ ਵਿੱਚ, ਕਿੰਨੀ ਕੁ ਮੂਵਮੈਂਟ ਉੱਠੀ। ਸਾਡੇ ਦੇਸ਼ ਦੇ ਅੰਦਰ 8 ਘੰਟੇ ਤੋਂ ਮਜ਼ਦੂਰਾਂ ਦਾ 12 ਘੰਟੇ ਦਿਹਾੜੀ ਕਰ ਦਿੱਤੀ, ਜਿਹੜੀ ਕਿ ਖੂਨ ਵਗਾ ਕੇ ਸ਼ਿਕਾਗੋ ਦੇ ਵਿੱਚ ਅੱਜ ਤੋਂ ਸੈਂਕੜੇ 100 ਸਾਲ ਤੋਂ ਵੀ ਉੱਪਰ ਦਾ ਟਾਈਮ ਹੋ ਗਿਆ ਉਹਨਾਂ ਨੂੰ, ਜਿਹੜੇ ਕਿ ਉਹਨਾਂ ਨੇ ਆਪਣੇ 8 ਘੰਟੇ ਦੇ ਪੂਰੀ ਦਿਹਾੜੀ ਨੂੰ ਜਿੱਤਿਆ ਸੀ, ਮਜ਼ਦੂਰਾਂ ਨੇ ਜਿੱਤਿਆ ਸੀ। ਉਦੋਂ ਤੋਂ ਲਾਲ ਝੰਡਾ ਵੀ ਬਣਿਆ, ਉਦੋਂ ਤੋਂ ਮਈ ਡੇ ਵੀ, ਕਿਉਂਕਿ ਉਹ ਮਈ ਡੇ ਸੀਗਾ, ਮਈ ਡੇ ਦੇ ਵੀ ਆਪਾਂ ਸਾਰੇ ਮਜ਼ਦੂਰ ਮਨਾਉਂਦੇ ਸੀ। ਕਿੰਨਾ ਕੁ ਦੇਸ਼ ਦੇ ਵਿੱਚ ਰੋਸ ਵਿਰੋਧ ਟ੍ਰੇਡ ਯੂਨੀਅਨਾਂ ਵੱਲੋਂ ਹੋਇਆ, ਕਿਸੇ ਨੂੰ ਪਤਾ ਵੀ ਨਹੀਂ ਕਿ ਇਹ ਸਾਰਾ ਕੁਝ ਹੋ ਚੁੱਕਾ। ਇਸ ਲਈ ਮੇਰੇ ਭਾਈ, ਸਾਡੇ ਦੇਸ਼ ਦੇ ਵਿੱਚ ਵਿਰੋਧ ਜਿਹੜਾ ਸੀ ਉਹ ਦੋ ਕਰਕੇ ਮਰ ਰਿਹਾ। ਇੱਕ ਕਿ ਬੀਜੇਪੀ ਨੇ ਜਿਸ ਕਦਰ ਕੋਈ ਵੀ ਜਿਹੜੇ ਛੋਟੇ ਮੋਟੇ ਵੀ ਡੈਮੋਕ੍ਰੇਟਿਕ ਮਿਆਰ ਹੁੰਦੇ ਆ ਉਹਨਾਂ ਨੂੰ ਸਿੱਕੇ ਟੰਗ ਦਿੱਤਾ, ਦਾਦਾਗਿਰੀ ਦਾ ਰਾਜ ਕਰਤਾ। ਕਰ ਲਓ ਜੋ ਵੇਖੀ ਜਾਊਗੀ। ਇਸੇ ਕਰਕੇ ਨਿਤਿਸ਼ 3 ਵਾਰੀ ਪਲੜੇ। ਕਿਉਂ ਇਹਨੂੰ ਦੁਬਾਰਾ ਨਿਤਿਸ਼ ਨੂੰ ਲਿਆਏ? ਤੇ ਕਹਿੰਦੇ ਸੀ ਕਦੀ ਲੈਣਾ ਨਹੀਂ, ਕਿਉਂਕਿ ਬੰਦੇ ਚਾਹੀਦੇ ਆ, ਸੱਤਾ ਚਾਹੀਦੀ ਆ। ਜਿਹੋ ਜੀ ਮਰਜ਼ੀ ਕੂੜਾ ਕਚੜਾ ਸਾਰਾ ਹੋਵੇ ਉਹ ਲੈ ਲਓ, ਸਾਨੂੰ ਸੱਤਾ ਚਾਹੀਦੀ ਆ।
ਵਿਰੋਧੀ ਪਾਰਟੀਆਂ ਨੂੰ 411 ਤੋਂ ਵੱਧ ਵਿਧਾਇਕ ਤੋੜ ਚੁੱਕੇ ਹੈ ਪਿਛਲੇ 10 ਸਾਲਾਂ ਦੇ ਅੰਦਰ। ਆ ਹੁਣ 10-12 ਹੋਰ ਅਸ਼ੋਕ ਚੌਹਾਨ ਵਾਲੇ ਜਾ ਸਕਦੇ, ਜਿਹੜਾ ਕਾਂਗਰਸ ਤੋਂ ਰਿਜ਼ਾਈਨ ਦੇ ਦਿੱਤਾ ਕੱਲ ਉਹਨੇ, ਜਿਹੜਾ ਕਿ ਕਾਂਗਰਸ ਦਾ ਚੀਫ ਮਿਨਿਸਟਰ ਰਿਹਾ। ਇੱਕ ਕਰਕੇ ਕਿ ਇਸ ਕਰਕੇ ਵੀ ਵਿਰੋਧੀ ਪਾਰਟੀਆਂ ਦੀ ਨਹੀਂ ਚੱਲ ਰਹੀ, ਕਿਉਂਕਿ ਰੂਲਿੰਗ ਨੇ ਫੈਸਲਾ ਕਰ ਲਿਆ ਕਿ ਅਸੀਂ ਚੱਲਣ ਨਹੀਂ ਦੇਣਾ। ਦੂਸਰੀ ਗੱਲ, ਵਿਰੋਧੀ ਪਾਰਟੀਆਂ ਦਾ ਵੀ ਅੰਦਰੋਂ ਇੰਨਾ ਮੁਫਤ ਦੀਆਂ ਖਾ ਕੇ ਗੋਡਿਆਂ 'ਚ ਜਾਨੀ ਗਰੀਸ ਖਤਮ ਹੋਈ ਆ। ਉਹ ਆਪ ਵੀ ਇੰਨੇ ਕਰਪਟ ਆ ਉਹਨਾਂ ਚੋਂ, ਭ੍ਰਿਸ਼ਟ ਆ ਉਹਨਾਂ ਚੋਂ, ਕਿ ਉਹਨਾਂ ਨੂੰ ਕਿਸੇ ਨੂੰ ਵੀ ਘਰ ਦੀ ਘੜੇ ਦੀ ਮੱਛੀ ਵਾਂਗੂ ਦਬਾਇਆ ਜਾ ਸਕਦਾ। ਜੇ ਉਹ ਤਕੜੇ ਹੁੰਦੇ, ਜੇ ਇਮਾਨਦਾਰ ਹੁੰਦੇ ਵਿਰੋਧੀ, ਤਾਂ ਉਹ ਇਹਨਾਂ ਕੋਲੋਂ ਲਿਪਦੇ ਜਾਂ ਵਿਕਦੇ ਜਾਂ ਝੁਕਦੇ ਨਹੀਂ। ਇਸ ਲਈ ਸੰਜੀਵ ਜੀ ਬਹੁਤ ਵੱਡਾ ਖਤਰਾ ਆ ਕਿ ਚੋਣਾਂ ਜਾਂ ਨਾ ਚੋਣਾਂ ਹਰ ਹਾਲਤ ਕਿਵੇਂ ਪੁੱਠੀਆਂ ਸਿੱਧੀਆਂ ਅਨਾਉਂਸ ਕਰਕੇ ਜਿੱਤੀਆਂ ਤੁਹਾਡੇ ਸਾਹਮਣੇ ਕੀ ਹੋਇਆ ਸੀਗਾ ਮੇਅਰ ਦੀ ਚੋਣ ਦਾ ਚੰਡੀਗੜ੍ਹ ਦੇ ਵਿੱਚ ਜੀ, ਸ਼ਰੇਆਮ 35 ਵੋਟਾਂ ਚ ਹੀ, ਬਾਕੀ ਤੇ ਛੱਡੋ ਤੁਸੀਂ 90 ਕਰੋੜ ਦੀਆਂ ਵੋਟਾਂ ਦਾ ਤੇ ਕੀ ਬਣੂਗਾ। ਤੇ ਜੇ ਫੈਸਲਾ ਹੀ ਇਹ ਕਰ ਲੇ ਕਿ ਵਿਰੋਧੀਆਂ ਨੂੰ ਅਸੀਂ ਖਦੇੜਨਾ, ਕਿਸੇ ਵੀ ਹਰਬੇ ਦੇ ਨਾਲ ਅਸੀਂ ਅਨਾਉਂਸ ਕਰ ਦੇਣੀਆਂ ਕਿ ਸਾਡੀਆਂ ਵੱਧ ਗਈਆਂ। ਪਾਕਿਸਤਾਨ ਚ ਕੀ ਹੋਇਆ ਤੁਹਾਡੇ ਸਾਹਮਣੇ, ਕਿੰਨੂੰ ਲੋਕ ਇੰਡੀਪੈਂਡੈਂਟ ਖੜੇ ਹੋ ਕੇ ਵੀ ਜਿੱਤ ਗਏ, ਮੈਜੋਰਿਟੀ ਲੈ ਗਏ, ਉਹਨੂੰ ਪਾਰਟੀ ਨੂੰ ਬੈਨ ਕਰਤਾ, ਉਦੋਂ ਬਾਅਦ ਵੀ ਲੈ ਗਏ। ਤੇ ਲੋਕਵਾਦ ਦੀ ਕੋਈ ਉੱਥੇ ਕਦਰ ਹੈਗੀ ਆ? ਸਾਡਾ ਦੇਸ਼ ਬਿਲਕੁਲ ਪਾਕਿਸਤਾਨ ਦੇ ਰਾਹ ਤੇ ਚੱਲ ਪਿਆ ਆ। ਉਹ ਅਜੇ ਤੁਹਾਨੂੰ ਕਲੀਅਰਲੀ ਉਹਨਾਂ ਨਜ਼ਰ ਨਹੀਂ ਆ ਰਿਹਾ, ਪਰ ਅੰਦਰ ਖਾਤੇ ਤਿਆਰੀ ਬਿਲਕੁਲ ਉਹੋ ਜਿਹੀ ਹੈ। ਹੁਣ ਤੁਸੀਂ ਆਪਾਂ ਜਿੰਨੀਆਂ ਕੁ ਖੁੱਲ ਕੇ ਗੱਲਾਂ ਅੱਜ ਦੀ ਡੇਟ 'ਚ ਕਰ ਲੈਂਦੇ ਆ, ਚੋਣਾਂ ਤੋਂ ਪਹਿਲਾਂ ਕਰ ਲਓ, ਉਦੋਂ ਬਾਅਦ ਫਿਰ ਸੋਚ ਕੇ ਗੱਲ ਕਰਨੀ ਪਿਆ ਕਰੂਗੀ। ਜੀ ਮਨਜੀਤ ਜੀ, ਸੋਚ ਕੇ ਗੱਲ ਕਰਨੀ ਪਿਆ ਕਰੂਗੀ, ਕਿਉਂਕਿ ਸੁਸਾਇਟੀ ਨੇ ਸਰਵਾਈਵ ਕਰਨਾ ਹੈ। ਔਰ ਵਾਕਈ ਅਸੀਂ ਸਾਰੇ ਜੋ ਚਾਹੁੰਦੇ ਹਾਂ ਕਿ ਜਿਸ ਸੰਵਿਧਾਨ ਦੀ ਅਸੀਂ ਗੱਲ ਕਰਦੇ ਹਾਂ ਉਸ ਸੰਵਿਧਾਨ ਦੇ ਮੁਤਾਬਿਕ ਸਭ ਕੁਝ ਚੱਲੇ, ਪਰ ਪ੍ਰੈਕਟੀਕਲ ਰੂਪ ਦੇ ਵਿੱਚ ਜੋ ਸਾਡੇ ਸਾਹਮਣੇ ਆ ਰਹੀਆਂ ਨੇ ਸਾਰੀਆਂ ਗੱਲਾਂ, ਉਹ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਚਿੰਤਾ ਵਿੱਚ ਪਾਉਂਦੀਆਂ ਨੇ। ਔਰ ਫਿਲਹਾਲ ਸਾਡਾ ਸਾਰਿਆਂ ਦਾ ਧਿਆਨ ਇਸ ਗੱਲ ਤੇ ਲੱਗਾ ਹੋਇਆ ਕਿ ਜੋ ਕਿਸਾਨ ਅੰਦੋਲਨ ਹੈ ਇਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਹੀ ਚੱਲੇ, ਔਰ 16 ਤਰੀਕ ਨੂੰ ਜੋ ਬਾਕੀ ਜਥੇਬੰਦੀਆਂ ਨਾਲ ਆ ਰਹੀਆਂ ਨੇ ਉਹਨਾਂ ਦਾ ਸਾਥ ਮਿਲੇ, ਔਰ तमाम ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਨੇ ਉਹ ਇਲੈਕਸ਼ਨਸ ਤੋਂ ਪਹਿਲਾਂ ਹੀ ਜੇ ਪੂਰੀਆਂ ਹੋ ਜਾਣ ਤਾਂ ਬਹੁਤ ਵਧੀਆ ਹੈ, ਕਿਉਂਕਿ ਜਾਨਾਂ ਬਿਲਕੁਲ ਨਹੀਂ ਜਾਣੀਆਂ ਚਾਹੀਦੀਆਂ। ਪਿਛਲੀ ਵਾਰ ਵੀ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ, ਔਰ ਅੱਜ ਉਹਨਾਂ ਦੇ ਪਰਿਵਾਰ ਖੇਰੂ ਨੇ, ਅਸੀਂ ਸਾਰੇ ਜਾਣਦੇ ਹਾਂ। ਸੋ ਕੋਈ ਫਾਈਨਲ ਤੁਹਾਡੇ ਵੱਲੋਂ ਸਟੇਟਮੈਂਟ ਅੱਜ ਦੇ ਮਾਹੌਲ ਦੇ ਉੱਤੇ ਮਨਜੀਤ ਜੀ, ਫਿਰ ਉਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਦੇ ਹਾਂ। ਬਿਲਕੁਲ, ਮੇਰੀ ਤੇ ਇਹੀ ਪ੍ਰੇਅਰ ਆ ਤੇ ਅਪੀਲ ਹੈਗੀ ਆ ਕਿ ਜੋ ਵੀ ਸਰਕਾਰ ਨੇ ਕੀਤਾ ਉਹ ਇੱਕ ਬੜਾ ਬਿਹੂਦਾ ਐਂਟੀ ਡੈਮੋਕ੍ਰੇਟਿਕ ਹੈਗਾ। ਕੋਰਟ ਦੇ ਵਿੱਚ ਚਲੇ ਗਏ ਆ, ਸਟੇਡੀਅਮ ਨੂੰ ਜੇਲਾਂ ਬਣਾਤੀਆਂ, ਕੋਰਟ ਵਿੱਚ ਗਏ ਆ, ਜਿਹੜੀ ਆ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਤੀ ਆ ਕਿ ਇਸ ਸਰਕਾਰ ਸੜਕਾਂ ਨਹੀਂ ਰੋਕ ਸਕਦੀ। ਲੋਕਾਂ ਦਾ ਹੱਕ ਆ ਸੜਕਾਂ ਦੇ, ਲੋਕਾਂ ਦੇ ਖੂਨ ਪਸੀਨੇ ਦੀਆਂ ਆ ਸੜਕਾਂ। ਪਬਲਿਕ ਟਰਾਂਸਪੋਰਟ ਪੰਜਾਬ ਰੋਡਵੇਜ਼ ਪੈਪਸੂ ਹਰਿਆਣੇ ਨੂੰ ਬੰਦ ਹੋ ਗਈ ਆ, ਬਹੁਤ ਜ਼ਿਆਦਾ ਪਰੇਸ਼ਾਨੀ ਵਧੀ ਆ। ਇੰਜ ਸਮਝ ਲਓ ਕਿ ਐਮਰਜੈਂਸੀ ਲੱਗੀ ਆ। ਚੰਡੀਗੜ੍ਹ 'ਚ ਦਫਾ 44 ਲੱਗੀ ਆ, ਇੰਟਰਨੈਟ ਬੰਦ ਕੀਤੇ ਗਏ ਆ, ਕੀ ਹਾਲਾਤ ਵਾਰ ਵਾਲੇ ਹਾਲਾਤ ਹੋ ਗਏ ਆ। ਇਸ ਕਰਕੇ ਇਹੀ ਪ੍ਰੇਅਰ ਕਰੋ ਕਿ ਕਿਸਾਨ ਸ਼ਾਂਤ ਰਹਿਣ, ਆਪਣੇ ਤੇ ਜੋ ਵੀ ਆਉਂਦਾ ਬਰਦਾਸ਼ਤ ਕਰਨ ਤੇ ਅਡੋਲ ਰਹਿਣ। ਉਹ ਹੀ ਸਭ ਤੋਂ ਵੱਡਾ ਉਹਨਾਂ ਦਾ ਹਥਿਆਰ ਤੇ ਸ਼ਕਤੀ ਹੋਊਗੀ। ਉਹ ਹੀ ਵੱਡੇ ਤੋਂ ਵੱਡੇ ਸਟੀਲ ਨੂੰ ਵੀ ਬਰਫ਼ ਦੇ ਪਾਣੀ ਵਾਂਗੂ, ਜਿਹੜਾ ਪਾਣੀ ਬਣ ਜਾਂਦਾ ਗਰਮੀ ਦੇ ਨਾਲ, ਉਸ ਤਰੀਕੇ ਨਾਲ ਪਿਘਲਾ ਕੇ ਰੱਖ ਦੂ। ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਤੁਸੀਂ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਹੁਣ ਹੋਰ ਰਾਜਨੀਤੀ ਹਜੇ ਮਗਣੀ ਹੈ, ਅੱਗੇ ਤੱਕ ਜਾਣੀ ਹੈ। 2024 ਦੀਆਂ ਇਲੈਕਸ਼ਨਸ ਦੇ ਵਿੱਚ ਹੋਰ ਮੁੱਦੇ ਆਉਣੇ ਨੇ ਸਾਹਮਣੇ, ਅਸੀਂ ਉਹ ਸਾਰੇ ਮੁੱਦੇ, ਉਹ ਸਾਰੀਆਂ ਗਤੀਵਿਧੀਆਂ ਲੈ ਕੇ ਤੁਹਾਨੂੰ ਜ਼ਰੂਰ ਅਪਰੋਚ ਕਰਦੇ ਰਵਾਂਗੇ, ਔਰ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਐਨਲਾਈਟਨ ਕਰਦੇ ਰਹੋਗੇ। ਥੈਂਕ ਯੂ ਸੋ ਮਚ ਮਨਜੀਤ ਜੀ। ਸੋ ਨਾਈਸ, ਥੈਂਕ ਯੂ ਜੀ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।